स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਿਆਸੀ ਕਟਾਕਸ਼ ਤਾਂ ਚੱਲਦੇ ਰਹਿੰਦੇ ਨੇ, ਪਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਕਹਿਣ ਕਿ ਆਜ਼ਾਦ ਸ਼ੇਰ ਹੈ ਤਾਂ ਉਸ ਆਜ਼ਾਦ ਸ਼ੇਰ ਜਾਂ ਫੌਜੀ ਦੇ ਲਈ ਮਾਣ ਵਾਲੀ ਗੱਲ ਹੈ ਜਾਂ ਅਪਮਾਨ ਵਾਲੀ ਗੱਲ ਹੈ, ਇਸ ਤੇ ਕਈ ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਨੇ। ਟਵਿੱਟਰ ਵਾਰ ਚਲਦੀ ਪਈ ਹੈ ਪ੍ਰਧਾਨ ਮੰਤਰੀ ਹੋਰਾਂ ਤੇ ਇੱਧਰ ਮੁੱਖ ਮੰਤਰੀ ਸਾਹਿਬਾਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਆਜ਼ਾਦ ਫੌਜੀ ਹੈ, ਨਾ ਤਾਂ ਹਾਈ ਕਮਾਂਡ ਇਹਨਾਂ ਦੀ ਸੁਣਦੀ ਹੈ, ਨਾ ਇਹ ਹਾਈ ਕਮਾਂਡ ਦੀ ਪਰਵਾਹ ਕਰਦੇ ਨੇ। ਔਰ ਉਸ ਤੋਂ ਬਾਅਦ ਉਹਦਾ ਜਵਾਬ ਵੀ ਕੈਪਟਨ ਅਮਰਿੰਦਰ ਹੋਰਾਂ ਨੇ ਦਿੱਤਾ ਕਿ ਤੁਹਾਡੀਆਂ ਅਜਿਹੀਆਂ ਗੱਲਾਂ ਸਾਡੇ 'ਚ ਫੁੱਟ ਨਹੀਂ ਪਾ ਸਕਦੀਆਂ। ਹਾਈ ਕਮਾਂਡ ਨੂੰ ਮੇਰਾ ਪਤਾ ਤੇ ਮੈਨੂੰ ਹਾਈ ਕਮਾਂਡ ਦਾ ਪਤਾ, ਸਾਡੀ ਇਕਜੁੱਟਤਾ ਨੂੰ ਖਰਾਬ ਨਹੀਂ ਕੀਤਾ ਜਾ ਸਕਦਾ। ਅਜਿਹੇ ਦੇ ਵਿੱਚ ਗੱਲ ਫਿਰ ਘੁੰਮ ਫਿਰ ਕੇ ਆ ਜਾਂਦੀ ਹੈ, ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਔਰ ਸਵਾਲ ਇਸ ਤੇ ਲਿਆ ਕੇ ਖੜੇ ਕਰ ਦਿੱਤੇ ਨੇ। ਕੈਬਨਿਟ ਦਾ ਜਿਹੜਾ ਵਿਸਥਾਰ ਨਹੀਂ ਹੋ ਰਿਹਾ, ਇਸ ਕਰਕੇ ਵਾਰ-ਵਾਰ ਕਿਹਾ ਜਾਂਦਾ ਕਿ ਹਾਈ ਕਮਾਂਡ ਦੇ ਨਾਲ ਜਿਹੜੀ ਹੈ ਉਹ ਇੱਕ ਸੁਰਤਾ ਇੱਕ ਤਾਲ ਨਹੀਂ ਬਣ ਪਾ ਰਹੀ। ਜੋ ਕੈਪਟਨ ਅਮਰਿੰਦਰ ਚਾਹੁੰਦੇ ਨੇ ਉਹ ਹਾਈ ਕਮਾਂਡ ਨਹੀਂ ਚਾਹੁੰਦੀ, ਜੋ ਹਾਈ ਕਮਾਂਡ ਚਾਹੁੰਦੀ ਹੈ ਕੈਪਟਨ ਅਮਰਿੰਦਰ ਮੰਨਣ ਨੂੰ ਤਿਆਰ ਨਹੀਂ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਅਜਿਹੇ ਦੇ ਵਿੱਚ ਸੂਬਾ ਚੱਲੇਗਾ ਕਿਵੇਂ, ਕਿਸ ਤਰ੍ਹਾਂ ਕੈਬਨਿਟ ਦਾ ਵਿਸਥਾਰ ਹੋਏਗਾ, ਜਦੋਂ ਸੀਐਮ ਸਾਹਿਬ ਦੇ ਕੋਲ 43 ਵਿਭਾਗ ਹੋਣ ਤਾਂ ਕਿਵੇਂ ਇੱਕ ਵਿਅਕਤੀ 43 ਵਿਭਾਗਾਂ ਨਾਲ ਜਸਟੀਫਿਕੇਸ਼ਨ ਕਰ ਸਕਦਾ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਵਿਨੀਤ ਜੋਸ਼ੀ ਸਾਹਿਬ ਸਾਡੇ ਨਾਲ ਮੌਜੂਦ ਨੇ, ਸਕੱਤਰ ਨੇ ਪੰਜਾਬ ਬੀਜੇਪੀ ਦੇ। ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ। ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਐਡਵੋਕੇਟ ਗੋਬਿੰਦਰ ਮਿੱਤਲ ਸਾਹਿਬ ਬੁਲਾਰ ਨੇ ਆਮ ਆਦਮੀ ਪਾਰਟੀ ਦੇ। HS ਲੱਕੀ ਸਾਹਿਬ ਬੁਲਾਰ ਨੇ ਕਾਂਗਰਸ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਜੋਸ਼ੀ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਾਂਗਾ। ਦੋ ਲਾਈਨਾਂ ਨੇ, ਕੈਪਟਨ ਅਮਰਿੰਦਰ ਆਜ਼ਾਦ ਫੌਜੀ, ਨਰਿੰਦਰ ਮੋਦੀ। ਨਾ ਹੀ ਪੰਜਾਬੀਆਂ ਨੇ ਕਾਂਗਰਸ ਨੂੰ ਕਦੇ ਆਪਣਾ ਮੰਨਿਆ ਤੇ ਨਾ ਹੀ ਪੰਜਾਬ ਨੂੰ ਕਾਂਗਰਸ ਨੇ ਆਪਣਾ ਮੰਨਿਆ ਨਰਿੰਦਰ ਮੋਦੀ। ਇਹਦਾ ਮਤਲਬ ਕੀ? देखो साडे प्रधानमंत्री श्री नरेंद्र मोदी जी की जिहड़ी गल है, तुसी पूरे एक उन्होंने भाषण चो अपने सुविधा अनुसार कुछ शब्द चुके हैं और वो शब्द जिहड़े ऑलरेडी चर्चा च बन चुके हैं। मोदी जी ने कहा कि भी नॉर्थ ईस्ट च, त्रिपुरा च, नागालैंड साड़ी जित हुई है, मेघालय च साढ़े समर्थन नाल सरकार बनेगी, करनाटका की सरकार इन्हां दी जान वाली है, उत्थे भी साडी सरकार बनेगी। ਤੇ ਉਹ ਜਿਹੜਾ ਨਾਰਾਇਣ ਸਵਾਮੀ ਪੁੰਡੂਚੇਰੀ ਦਾ CM ਉਹਨੂੰ ਕੰਧਿਆਂ ਤੇ ਚੱਕ ਕੇ ਘੁੰਮਦੇ ਰਹੋ, ਬਾਕੀ ਜਿਹੜਾ ਪੰਜਾਬ ਵਾਲਾ ਹੈ ਉਹ ਨਾ ਤੁਹਾਨੂੰ ਸੁਣਦਾ ਨਾ ਤੁਸੀਂ ਉਹਦੀ ਸੁਣਦੇ ਹੋ। ਉਹਨਾਂ ਨੇ ਇਸ ਪੂਰੀ ਇੱਕ ਗੱਲ ਕਹਿਣੀ ਸੀ, ਉਸ ਗੱਲ 'ਚ ਵੀ ਕਾਂਗਰਸ ਮੁਕਤ ਭਾਰਤ ਹੋਣ ਜਾ ਰਿਹਾ, ਉਹਦੇ ਕੰਟੈਕਸਟ 'ਚ ਉਹ ਗੱਲ ਕਹੀ ਸੀਗੀ। ਉਹ ਕੋਈ ਸਿੱਧਾ ਕੈਪਟਨ ਸਾਹਿਬ ਦੇ ਬਾਰੇ ਕੋਈ ਗੱਲ ਕਹਿਣੀ ਸੀ ਜਾਂ ਕੈਪਟਨ ਸਾਹਿਬ ਦੇ ਉੱਪਰ ਕੋਈ ਟਿੱਪਣੀ ਕਰਨੀ ਸੀ, ਨਹੀਂ, ਉਹ ਇੱਕ ਟੋਟੈਲਿਟੀ 'ਚ ਉਸ ਗੱਲ ਨੂੰ ਲੈਣਾ ਚਾਹੀਦਾ ਹੈ। इस करके उन्होंने उस टोटैलिटी च अपनी गल बोली है। देखो गल ये है, अगर दूसरी गल स्टेट ते सीएम बारे कुछ कह रहे हो ना, दूसरी गल जिन्ना आदर सत्कार प्रधानमंत्री दे ओहदे दा उन्ना ही आदर सत्कार मुख्यमंत्री साहबान दा भी। उस च कोई सीएम दी बेअदबी नहीं कीती, वो तो पॉलिटिकल कंटैक्स्ट च उन्हां दी पार्टी रिलेशनशिप च बोलिया और उहदी भी बैकग्राउंड है। पिछले 4-5 साल दे अंदर जिहड़े कैप्टन साहब दे तुसीं इंटरव्यूज़ चक लो, कैप्टन साहब के जोड़े प्रैस स्टेटमेंट्स चक लो, या इन्हों की जी ओकेजनल आउटबर्ड्स है कि खड़े खड़े कोई एकदम गल बोल देंगे ने प्रोग्राम उन्होंने चक लो, उस तो ही भाव दिखता है जो भाव PM साहब ने बोलिया। और ये भाव तो जग जाहिर है, PM साहब के बोलने तो पहले भी, इलैक्शन के कैंपेन शुरू होने तो पहले भी वड्डे वड्डे आर्टिकल ने गलों लैके छपे ने। हुण जो उन्होंने बोलिया सी भी सोनिया गांधी जी नूं हाले राहुल जी रिप्लेस नहीं करनगे, राहुल जी जड़े हैं हाले इन्हें मैच्योर इनफ नहीं है, वो भी पब्लिक डोमेन च गल है। सो उन्हां दी गल्लां जड़ियां जग जाहिर ने, पब्लिक डोमेन च ने, उन्हां गल्लां दे रेफरेंस च वो भाव च वो गल उन्होंने बोली है, कोई ये नहीं कि अपने मन चो बना के कोई गल बोली है। ठीक है, आप चला सीधा लक्की साहब को चलते हैं। लक्की साहब, इस गल दे विच वाकई सच्चाई है? ना तो कांग्रेस हाई कमांड कैप्टन अमरिंदर साहब को कोई समझदी है, ना कैप्टन अमरिंदर कोई समझते हैं, एक दूजे को फॉलो नहीं करते हैं। मैं समझदा मेरे जिहड़े दोस्त हैं काबिल विनीत जोशी जी, मैं उन्होंने वास्ते यही कहना चाहता कि दिल बहलाने को गालिब ख्याल अच्छा है। ये गल्लां मोदी साहब जिहड़ियां हैगीआं ना, जिथे रिएक्ट करन दी लोड़ हुंदी है उत्थे रिएक्ट नहीं करते, जब कोई बहुत वड्डे इंसीडेंट्स हो जाते हैं, बड़ी वड्डी गल्लां हो जांदियां, उत्थे मोदी साहब का कोई ट्वीट नहीं आंदा। और जब इहो जिहियां चुटकियां लैणियां हुंदियां, और मेरे दोस्त ने कांग्रेस मुक्त भारत की गल की है, मैं इन्हों हजे याद कराना चाहता कि अजे 15-20 दिन पहला राजस्थान के इलैक्शन होकर हटिया, 2 पार्लीमेंट की सीटां दे विच इलैक्शन होया ते 1 असैंबली की सीट विच इलैक्शन होया। 1-1 ਲੱਖ तो उपर वोटां दे विच कांग्रेस की उत्थे वड्डी जित हुई है। और बीजेपी जिहड़ी अपने आप नूं बड़ी कहती है कि असीं बददे जा रहे हैं और कांग्रेस मुक्त भारत करी जाते हैं, उन्होंने मूँह की उत्थे खानी पई। हुण मध्य प्रदेश का 4-5 दिन पहला इलैक्शन होकर हटिया असैंबली का, और दोनों असैंबली की सीटां दे विच कांग्रेस जित के आई है। वो ठीक है कि कुछ सूबियां दे विच बीजेपी अगे बढ़त आई है, नॉर्थ ईस्ट दे विच या माड़ा मोटा किते आई है, पर दूजे पासे जिहड़े सूबियां दे विच इन्हां दा राज सीगा, उस सूबियां दे विच हुण बीजेपी मार खांदी जा रही है। और आने वाले इलैक्शन दे विच तुसीं देखोगे कि किस तरह मध्य प्रदेश दे विच, राजस्थान दे विच, छत्तीसगढ़ दे विच, लकी साहब मुद्दे ते आइए, आपां चलो गल वखरी करांगे।
ਜਿਹੜਾ ਕਟਾਕਸ਼ ਕੈਪਟਨ ਅਮਰਿੰਦਰ ਸਿੰਘ ਹੋਰਾਂ ਬਾਰੇ ਕਿਹਾ ਕਿ ਕੈਪਟਨ ਅਮਰਿੰਦਰ ਸਾਹਿਬ ਨਹੀਂ ਮੰਨਦੇ ਹਾਈ ਕਮਾਂਡ ਨੂੰ ਕੁਝ, ਕੈਪਟਨ ਸਾਹਿਬ ਨਹੀਂ ਮੰਨਦੇ। ਦੂਸਰੀ ਗੱਲ ਮੈਂ ਉਸੇ ਤੇ ਆ ਰਿਹਾ ਇਹਨਾਂ ਨੂੰ ਗਲਤਫਹਿਮੀ ਹੈ ਇਹਨਾਂ ਦੇ ਆਪ ਦੇ ਰਿਲੇਸ਼ਨ ਜਿਹੜੇ ਹੈਗੇ ਆ, ਕਦੇ ਅਡਵਾਨੀ ਸਾਹਿਬ ਨਾਲ, ਕਦੇ ਮੁਰਲੀ ਮਨੋਹਰ ਜੋਸ਼ੀ ਜੀ ਨਾਲ, ਕਦੇ ਕਿਸੇ ਹੋਰ ਨਾਲ, ਕਦੇ ਵਸੁੰਧਰਾ ਰਾਜੇ ਨਾਲ, ਕਦੇ ਉਮਾ ਭਾਰਤੀ ਨਾਲ, ਇਹਨਾਂ ਦੇ ਆਪਣੇ ਰਿਲੇਸ਼ਨ ਤਾਂ ਠੀਕ ਹੁੰਦੇ ਨਹੀਂ, ਖਰਾਬ ਹੁੰਦੇ ਰਹਿੰਦੇ ਆ। ਦੂਜਿਆਂ ਤੇ ਕਟਾਕਸ਼ ਕਰਨ ਦੇ ਵਿੱਚ ਬੜੀ ਪ੍ਰਧਾਨ ਮੰਤਰੀ ਜੀ ਜਲਦੀ ਕਰਦੇ ਆ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਗਾਂਧੀ ਪਰਿਵਾਰ ਦੇ ਨਾਲ ਅੱਜ ਦੀ ਨੇੜਤਾ ਨਹੀਂ ਹੈ, ਬਹੁਤ ਪੁਰਾਣੀ ਨੇੜਤਾ ਹੈ। ਰਾਜੀਵ ਗਾਂਧੀ ਦੇ ਬਹੁਤ ਕਲੋਜ਼ ਰਹੇ ਨੇ, ਬਹੁਤ ਮਿੱਤਰ ਰਹੇ ਨੇ, ਦੋਸਤ ਰਹੇ ਨੇ ਔਰ ਪਰਿਵਾਰਕ ਮੈਂਬਰ ਦੀ ਤਰ੍ਹਾਂ ਗਾਂਧੀ ਪਰਿਵਾਰ ਦੇ। ਔਰ ਇਦਾਂ ਦੀ ਅਗਰ ਕੋਈ ਗੱਲ ਹੁੰਦੀ, ਜਿਸ ਤਰ੍ਹਾਂ ਦਾ ਪੂਰਾ ਉਹਨਾਂ ਨੂੰ ਇੱਕ ਕੈਪਟਨ ਸਾਹਿਬ ਨੂੰ ਸੂਬੇ ਦੇ ਵਿੱਚ ਸਰਦਾਰੀ ਸੌਂਪੀ ਹੋਈ ਹੈ, ਉਹਨਾਂ ਦੇ ਪੂਰਾ ਵਿਸ਼ਵਾਸ ਕਾਂਗਰਸ ਪਾਰਟੀ ਕਰਦੀ ਹੈ ਔਰ ਪੂਰਾ ਤਾਲਮੇਲ ਉਹਨਾਂ ਦੇ ਨਾਲ ਹੈ। ਇਸ ਤਰ੍ਹਾਂ ਦੀ ਗੱਲਾਂ ਬਾਰ-ਬਾਰ ਫੈਲਾਣਾ ਜਾਣਬੁੱਝ ਕੇ ਔਰ ਇਸ ਤਰ੍ਹਾਂ ਦੀ ਗੱਲਾਂ ਨਾਲ ਇਹ ਇੱਕ ਗਲਤ ਮੈਸੇਜ ਸਾਹਿਬ ਜਿਹੜੇ ਜੋਸ਼ੀ ਸਾਹਿਬ ਨੇ ਹਵਾਲੇ ਦਿੱਤੇ ਨੇ ਕਿ ਹਾਲ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਅੱਖੋਂ ਪਰੋਖੇ ਕਰਨਾ, ਹਾਈ ਕਮਾਂਡ ਨੂੰ ਅੱਖੋਂ ਪਰੋਖੇ ਕਰਨਾ ਔਰ ਇਹ ਬਿਆਨ ਦੇਣਾ ਕਿ ਉਹ ਇੰਨੇ ਕੁ ਮੈਚੁਰ ਨਹੀਂ ਨੇ ਹਾਲੇ ਤੱਕ ਰਾਹੁਲ ਗਾਂਧੀ ਕਿ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ। ਅਜਿਹੀਆਂ ਚੀਜ਼ਾਂ ਇਹ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਨੇ ਕਿ ਹਾਈ ਕਮਾਂਡ ਦਾ ਨਾ ਤਾਂ ਉਹਨਾਂ ਨੂੰ ਡਰ ਹੈ, ਨਾ ਉਹ ਕਮਾਂਡ ਉਹਨਾਂ ਨੂੰ ਫੋਲੋ ਕਰਦੇ ਨੇ। ਨਹੀਂ ਫਿਰ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਸੀਗਾ ਕਿ ਰਾਹੁਲ ਗਾਂਧੀ ਹੁਣ ਪੂਰੀ ਤਰ੍ਹਾਂ ਤਿਆਰ ਨੇ। ਉਹ ਪੁਰਾਣੀ ਗੱਲ ਹੈ ਜਿਹੜੀ ਤੁਸੀਂ ਗੱਲ ਚੱਕਦੇ ਹੋ, 2 ਸਾਲ ਪੁਰਾਣੀ, 2.5-3 ਸਾਲ ਪੁਰਾਣੀ ਗੱਲ ਹੈ, ਜਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਸਮਝਦਾ ਕਿ ਅਜੇ ਥੋੜਾ ਚਿਰ ਹੋਰ ਸੋਨੀਆ ਗਾਂਧੀ ਨੂੰ ਕੰਟੀਨਿਊ ਕਰਨਾ ਚਾਹੀਦਾ। ਪਰ ਇਸ ਵਾਰ ਜਦ ਆਪਣੀ ਪ੍ਰੈਜ਼ੀਡੈਂਟਸ਼ਿਪ ਰਾਹੁਲ ਗਾਂਧੀ ਕੋਲ ਆਈ, ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨਾ ਸਿਰਫ ਬਿਆਨ ਆਏ ਬਲਕਿ ਉਹਨਾਂ ਨੇ ਇਹਦੇ ਵਿੱਚ ਪੂਰਾ ਜਾ ਕੇ ਨੋਮੀਨੇਸ਼ਨ ਦੇ ਵਿੱਚ ਵੀ ਉਹਨਾਂ ਨੇ ਰਾਹੁਲ ਗਾਂਧੀ ਦੇ ਫੇਵਰ ਦੇ ਵਿੱਚ ਨੋਮੀਨੇਸ਼ਨ ਭਰਿਆ ਔਰ ਸਾਰਾ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰਾ ਉਹਨਾਂ ਦਾ ਤਾਲਮੇਲ ਜਿਹੜਾ ਹੈਗਾ। ਔਰ ਦੂਸਰੀ ਗੱਲ, ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੇ ਹਾਂ, ਹੁਣ ਪੰਜਾਬ 'ਚ ਲੁਧਿਆਣੇ ਦੀ ਜਿਹੜੀ ਕਾਰਪੋਰੇਸ਼ਨ ਦੀ ਚੋਣਾਂ ਦੇਖ ਲਓ ਤੁਸੀਂ, ਉਹਦੇ ਵਿੱਚ ਕੀ ਹੋਇਆ। ਉਸ ਤੋਂ ਪਹਿਲਾਂ ਜਲੰਧਰ, ਪਟਿਆਲਾ, ਅੰਮ੍ਰਿਤਸਰ, ਸਾਰੇ ਪਾਸੇ। ਤੋਂ ਇਹ ਗੱਲਾਂ ਆਪਾਂ ਪੰਜਾਬ ਦੀ ਗੱਲ ਇੱਥੇ ਕਰੀਏ। ਪੰਜਾਬ ਦੇ ਵਿੱਚ ਕਾਂਗਰਸ ਲਗਾਤਾਰ ਅੱਗੇ ਵਧ ਰਹੀ ਹੈ, ਇੱਕ ਬੜਾ ਵਧੀਆ ਨੇਤਰਤਵ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਮਿਲਿਆ ਹੋਇਆ। ਕਿਸੇ ਤਰ੍ਹਾਂ ਦੀ ਕੋਈ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੈ, ਤਾਂ ਹੀ ਲੋਕਾਂ ਨੇ ਇੰਨਾ ਭਰਵਾਂ ਹੰਗਾਰਾ ਜਿਹੜਾ। ਠੀਕ ਹੈ, ਵਾਪਸ ਆਨੇ ਤੁਹਾਡੇ ਕੋਲ। ਚੀਮਾ ਸਾਹਿਬ ਇੱਕ ਪਾਸੇ ਜੋਸ਼ੀ ਸਾਹਿਬ ਕਾਂਗਰਸ ਮੁਕਤ ਦੀ ਗੱਲ ਕਰਦੇ ਨੇ, ਦੂਜੇ ਪਾਸੇ ਲੱਕੀ ਸਾਹਿਬ ਨੇ ਕਿਹਾ ਕਿ ਕਾਂਗਰਸ ਦਾ ਪੰਜਾਬ ਦੇ ਜੇ ਸੰਦਰਭ ਦੇ ਵਿੱਚ ਗੱਲ ਕਰੋ ਤਾਂ ਲਗਾਤਾਰ ਜਿੱਤ ਹਾਸਲ ਕਰੀ, ਵਿਧਾਨ ਸਭਾ ਦੇ ਵਿੱਚ ਜਿੱਤ ਹਾਸਲ ਕੀਤੀ, ਉਸ ਤੋਂ ਬਾਅਦ ਗੁਰਦਾਸਪੁਰ ਦੀ ਜ਼ਿਮਨੀ ਚੋਣ ਜਿੱਤੀ, ਜਿੰਨੀਆਂ ਐਮਸੀ ਇਲੈਕਸ਼ਨਸ ਹੋਈਆਂ ਸ਼ਾਨਦਾਰ ਜਿੱਤ ਹੋਈ ਹੈ। ਕਿੱਥੇ ਹੈ ਫਿਰ ਕਾਂਗਰਸ ਮੁਕਤ ਭਾਰਤੀ ਜਾਂ ਪੰਜਾਬ? ਦੇਖੋ, ਪਹਿਲਾਂ ਤਾਂ ਗੱਲ ਹੈ ਕਿ ਪਹਿਲਾਂ ਤਾਂ ਮੈਂ ਉਸੇ ਟਿੱਪਣੀ ਤੇ ਆਉਣਾ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੀ ਹੈ। ਜਿਸ ਤਰ੍ਹਾਂ ਜੋਸ਼ੀ ਸਾਹਿਬ ਨੇ ਦੱਸਿਆ ਕਿ ਜਿਹੜੇ ਨਾਰਥ ਈਸਟਰਨ ਸਟੇਟਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਗੈਦਰਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਓਵਰਆਲ ਜਿਹੜੀ ਦੇਸ਼ ਦੀ ਇਸ ਵੇਲੇ ਰਾਜਨੀਤਿਕ ਸਥਿਤੀ ਹੈ ਉਹਦੇ ਤੇ ਪ੍ਰਧਾਨ ਮੰਤਰੀ ਬੋਲ ਰਹੇ ਸੀ। ਔਰ ਪੰਜਾਬ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਇੱਕ ਪਾਸਿੰਗ ਰੈਫਰੈਂਸ ਸੀ ਪੰਜਾਬ ਦੇ ਮੁੱਖ ਮੰਤਰੀ ਬਾਰੇ ਜਾਂ ਸਰਕਾਰ ਕਿਵੇਂ ਚੱਲ ਰਹੀ ਹੈ ਉਹਦੇ ਬਾਰੇ 'ਚ। ਇਹ ਜਿਹੜੇ ਪਾਸਿੰਗ ਰੈਫਰੈਂਸ ਹੁੰਦੇ ਆ ਜਦੋਂ ਵੱਡੀਆਂ ਸ਼ਖਸੀਅਤਾਂ ਬੋਲਦੀਆਂ, ਇਹ ਹੁੰਦੇ ਤਾਂ ਇਸ਼ਾਰੇ ਮਾਤਰ ਹੀ ਆ, ਲੇਕਿਨ ਇਹ ਸਾਰੀ ਪਰਸਨੈਲਿਟੀ ਸਟੱਡੀ ਕਰਨ ਤੋਂ ਬਾਅਦ ਜਿਹੜੇ ਆ ਇਹ ਅਚਾਨਕ ਇਸ ਤਰ੍ਹਾਂ ਨਿਕਲਦੇ। ਉਹਦੇ ਵਿੱਚ ਜੋ ਤਸਵੀਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਉੱਭਰ ਕੇ ਆਈ ਹੈ, ਮੈਂ ਉਹਨੂੰ ਲਾਈਟਲੀ ਨਹੀਂ ਲੈਂਦਾ ਜੀ। ਭਾਵੇਂ ਉਹ ਕਹਿਣਗੇ ਕਿ ਦੂਜੀ ਪਾਰਟੀ ਦੀ ਸਰਕਾਰ ਹੈ, ਪ੍ਰਧਾਨ ਮੰਤਰੀ ਦੂਜਿਆਂ ਦੀ ਹੈ, ਲੇਕਿਨ ਇੱਕ ਚਿੰਤਾ ਕਰਨ ਗੱਲ ਜ਼ਰੂਰ ਹੈ ਕਿ ਇੱਕ ਗੰਭੀਰ ਲੀਡਰ ਦਾ ਜੋ ਇਮੇਜ ਹੁੰਦਾ ਹੈ, ਇੱਕ ਅੱਛੇ ਮੁੱਖ ਮੰਤਰੀ ਦਾ ਜੋ ਇਮੇਜ ਹੁੰਦਾ, ਇਹ ਪ੍ਰਧਾਨ ਮੰਤਰੀ ਦੀ ਇੰਨੀ ਕੋਈ ਗੱਲ ਤੋਂ ਜ਼ਰੂਰ ਸਾਬਤ ਹੋ ਗਿਆ ਕਿ ਪ੍ਰਧਾਨ ਮੰਤਰੀ ਬਹੁਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਸੀਰੀਅਸਲੀ ਨਹੀਂ ਲੈ ਰਹੇ। ਨਾ ਤਾਂ ਪਾਰਟੀ ਦੇ ਵਿੱਚ ਇੱਕ ਅਨੁਸ਼ਾਸਿਤ ਵਿਅਕਤੀ ਵਜੋਂ ਉਹਨਾਂ ਨੂੰ ਦੇਖਦੇ ਆ, ਔਰ ਨਾ ਹੀ ਮੁੱਖ ਮੰਤਰੀ ਦੇ ਤੌਰ ਤੇ ਇੱਕ ਗੰਭੀਰ ਸ਼ਖਸੀਅਤ ਦੇ ਵਜੋਂ ਉਹਨੂੰ ਵੇਖਦੇ ਆ। ਔਰ ਇਹਦਾ ਅਸਰ ਜਿਹੜਾ ਹੈਗਾ ਪੰਜਾਬ ਦੀ ਜਿਹੜੀ ਹੈ ਓਵਰਆਲ ਸਾਡੀ ਕਾਰਗੁਜ਼ਾਰੀ ਦੇ ਉੱਤੇ ਪੈਂਦਾ, ਕਿਉਂਕਿ ਇਹ ਗੱਲਾਂ ਕਈਆਂ ਨਹੀਂ ਜਾਂਦੀਆਂ ਹੁੰਦੀਆਂ, ਕੁਝ ਗੱਲਾਂ ਬਿਨਾਂ ਕਈਆਂ ਸਮਝੀਆਂ ਜਾਂਦੀਆਂ ਹੁੰਦੀਆਂ ਕਿ ਤੁਸੀਂ ਜਦੋਂ ਜਾਣਾ ਸਟੇਟ ਨੂੰ ਰਿਪਰੈਜ਼ੈਂਟ ਕਰਨਾ ਹੈ, ਪ੍ਰਧਾਨ ਮੰਤਰੀ ਦੇ ਸਾਹਮਣੇ ਜਾ ਕੇ ਪੰਜਾਬ ਦਾ ਕੇਸ ਰੱਖਣਾ, ਤੇ ਉਸ ਪ੍ਰਧਾਨ ਮੰਤਰੀ ਨੇ ਜਿਹੜੀ ਸਹਿਜ ਦੇ ਵਿੱਚ ਗੱਲ ਉਹਨਾਂ ਦੇ ਦਿਲ ਚੋਂ ਨਿਕਲੀ ਹੈ, ਤੁਹਾਡਾ ਪ੍ਰਭਾਵ ਕੀ ਹੈ, ਇਸ ਪ੍ਰਭਾਵ ਨੂੰ ਠੀਕ ਕਰਨ ਦੀ ਲੋੜ ਹੈ। ਅਸੀਂ ਨਹੀਂ ਕਹਿੰਦੇ ਇਹਨਾਂ ਦੇ ਕੋਈ ਚੰਗੇ ਸੰਬੰਧ ਹੋਣ ਰਾਹੁਲ ਜੀ ਨਾਲ, ਸੋਨੀਆ ਜੀ ਨਾਲ, ਹੋਰ ਬਿਹਤਰ ਕਰ ਲੈਣ, ਲੇਕਿਨ ਇੱਕ ਨੌਨ ਸੀਰੀਅਸਨੈਸ ਦਾ ਜਿਹੜਾ ਇਮੇਜ ਹੈ ਸਰਕਾਰ ਦਾ, ਉਹ ਜੇ ਇਸ ਤਰੀਕੇ ਪ੍ਰਧਾਨ ਮੰਤਰੀ ਦੇ ਜਿਹੜੇ ਘਰ ਤੱਕ ਇੰਨੀ ਬੁਰੀ ਤਰ੍ਹਾਂ ਟਰੈਵਲ ਕੀਤਾ ਹੋਇਆ,
ਤੇ ਆਪਾਂ ਸੋਚ ਸਕਦੇ ਹਾਂ ਕਿ ਪੰਜਾਬ ਕਿਸੇ ਨਾ ਕਿਸੇ ਪਾਸੇ ਘਾਟੇ ਵਾਲੇ ਪਾਸੇ ਜਿਹੜਾ ਉਹ ਜਾ ਰਿਹਾ ਕਿ ਜਿਹੜਾ ਸਾਡਾ ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ ਜਿਹੜਾ ਸਟੇਟ ਨੂੰ ਰਿਪਰੈਜ਼ੈਂਟ ਕਰਨਾ ਉਹਦੇ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਹੋਣੀਆਂ ਮਿੱਤਲ ਸਾਹਿਬ ਇਹ ਚਿੰਤਾਜਨਕ। ਮਿੱਤਲ ਸਾਹਿਬ ਇਹ ਜਿਹੜੀ ਇੱਕ ਟ੍ਰੈਂਡ ਹੀ ਚੱਲ ਗਿਆ ਕਿ ਟਵਿੱਟਰ ਤੇ ਇੱਕ ਬਾਰੇ ਬੋਲ ਦੋ ਤਾਂ ਉਹਦਾ ਰਿਪਲਾਈ ਵੀ ਆ ਜਾਂਦਾ ਔਰ ਜਿਸ ਤਰ੍ਹਾਂ ਹੁਣ ਨਿਕਲ ਕੇ ਸਾਹਮਣੇ ਆਈਆਂ ਦੋਵੇਂ ਚੀਜ਼ਾਂ ਦੋਵੇਂ ਤਸਵੀਰਾਂ ਸਾਡੇ ਸਾਹਮਣੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕੈਪਟਨ ਅਮਰਿੰਦਰ ਬਾਰੇ ਕੁਝ ਕਿਹਾ ਤੇ ਕੈਪਟਨ ਅਮਰਿੰਦਰ ਨੇ ਪਲਟਵਾਰ ਵੀ ਕੀਤਾ ਕਿ ਤੁਹਾਡੀਆਂ ਜਿਹੀਆਂ ਚਾਲਾਂ ਦੇ ਨਾਲ ਸਾਡੇ ਵਿੱਚ ਫਿੱਕ ਨਹੀਂ ਪੈਣ ਵਾਲਾ। ਦੇਖੋ ਹਰਪ੍ਰੀਤ ਜੀ ਗੱਲ ਇਹ ਜਿਹੜੀ ਪਹਿਲਾਂ ਵਿਨੀਤ ਜੋਸ਼ੀ ਜੀ ਨੇ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਜੀ ਦੀ ਇਹ ਟਿੱਪਣੀ ਕਾਂਗਰਸ ਮੁਕਤ ਭਾਰਤ ਦੇ ਸੰਦਰਭ ਦੇ ਵਿੱਚ ਆਈ ਹੈ। ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹੁੰਦਾ ਕਿ ਕਾਂਗਰਸ ਮੁਕਤ ਭਾਰਤ ਦੀ ਗੱਲ ਬੀਜੇਪੀ ਬਹੁਤ ਦੇਰ ਤੋਂ ਕਰਦੀ ਆ ਰਹੀ ਹੈ ਜਿਹੜੀ ਕਿ ਸਾਡੇ ਡੈਮੋਕ੍ਰੈਟਿਕ ਡਿਸਕੋਰਸ ਵਾਸਤੇ ਅੱਛਾ ਨਹੀਂ ਹੈ। ਕੋਈ ਵੀ ਸਾਡੇ ਅਸੀਂ ਇਹਦਾ ਮਤਲਬ ਅਸੀਂ ਆਪੋਜੀਸ਼ਨ ਨੂੰ ਖਤਮ ਕਰਨਾ ਚਾਹੁੰਦੇ ਹਾਂ ਚਾਹੇ ਕਿਸੇ ਵੀ ਕੋਈ ਵੱਡੀ ਪਾਰਟੀ ਹੋਵੇ ਚਾਹੇ ਛੋਟੀ ਪਾਰਟੀ ਹੋਵੇ ਅਸੀਂ ਕਿਸੇ ਵੀ ਸਟੇਟ ਦੇ ਵਿੱਚ ਆਪਦੀ ਆਈਡੀਓਲੋਜੀ ਦੇ ਨਾਲ ਆਪੋਜੀਟ ਪਾਰਟੀ ਨੂੰ ਅਸੀਂ ਮਤਲਬ ਲਾਈਕ ਹੀ ਨਹੀਂ ਕਰਦੇ ਤੇ ਅਸੀਂ ਤਾਨਾਸ਼ਾਹੀ ਵੱਲ ਵਧ ਰਹੇ ਹਾਂ ਕਿ ਬੀਜੇਪੀ ਤਾਨਾਸ਼ਾਹੀ ਦਾ ਰਾਜ ਚਾਹੁੰਦੀ ਹੈ। ਇਹ ਗੱਲ ਹੈਗੀ। ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਕਿਉਂ ਕਹੀ ਹੈ ਇਹਦੇ ਪਿੱਛੇ ਇੱਕ ਮੈਸੇਜ ਵੀ ਹੈ ਇਹਦੇ ਪਿੱਛੇ ਇੱਕ ਸੰਦੇਸ਼ ਵੀ ਆ। ਉਹ ਇਨਡਾਇਰੈਕਟਲੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਪਿੱਠੀ ਥਾਪੜ ਗਏ। ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੇਰੇ ਤੋਂ ਕੋਈ ਖਤਰਾ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਮੇਰੇ ਨਾਲ ਮਿਲ ਕੇ ਚੱਲ ਰਿਹਾ। ਜਿਹੜੇ ਇੱਕ ਸਾਲ ਤੋਂ ਪਿੱਛੋਂ ਲੋਕ ਪੰਜਾਬ ਦੇ ਕਹਿ ਰਹੇ ਨੇ ਕਿ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ। ਤੁਸੀਂ ਦੇਖੋ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਕਦੇ ਨਾ ਹੀ ਨਰਿੰਦਰ ਮੋਦੀ ਜੀ ਨੇ ਕਦੇ ਵੀ ਇੱਕ ਦੂਜੇ ਤੇ ਕੋਈ ਵੀ ਪੋਲੀਟੀਕਲ ਅਟੈਕ ਨਹੀਂ ਕੀਤਾ। ਪ੍ਰਧਾਨ ਮੰਤਰੀ ਪੂਰੇ ਹਿੰਦੁਸਤਾਨ ਦੇ ਵਿੱਚੋਂ ਕਰਪਸ਼ਨ ਖਤਮ ਕਰਨ ਦੀ ਗੱਲ ਕਰਦੇ ਨੇ। ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਨੂੰ ਉਹ ਟਾਰਗੇਟ ਕਰਦੇ ਨੇ ਚਾਹੇ ਉਹ ਰਾਬਰਟ ਵਾਡਰਾ ਦਾ ਮਾਮਲਾ ਹੋਵੇ ਚਾਹੇ ਉਹ ਰਾਹੁਲ ਗਾਂਧੀ ਦਾ ਮਾਮਲਾ ਹੋਵੇ ਚਾਹੇ ਉਹ ਪੀ ਚਿਦੰਬਰਮ ਦਾ ਮਾਮਲਾ ਹੋਵੇ। ਪਰ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਸਵਿਟਜ਼ਰਲੈਂਡ 'ਚ ਬੈਂਕ ਖਾਤੇ ਨੇ ਉਹਨਾਂ ਬਾਰੇ ਉਹ ਕਦੇ ਨਹੀਂ ਬੋਲੇ। ਠੀਕ ਹੈ ਜੀ। ਕੈਪਟਨ ਅਮਰਿੰਦਰ ਸਿੰਘ ਡਿਪਟੀ ਲੀਡਰ ਆਫ ਆਪੋਜੀਸ਼ਨ ਰਹੇ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਘੇਰਿਆ। ਇੱਥੋਂ ਇਹ ਸਾਬਤ ਹੁੰਦਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੋਨੋਂ ਮਿਲੇ ਹੋਏ ਨੇ। ਇਸੇ ਕਰਕੇ ਰਾਹੁਲ ਗਾਂਧੀ ਉਹਨਾਂ ਨੂੰ ਰੀਸ਼ਫਲਿੰਗ ਦੀ ਪਰਮਿਸ਼ਨ ਨਹੀਂ ਦੇ ਰਹੇ। ਜੋ ਵੀ 40 ਐਮਐਲਏ ਇਹਨਾਂ ਦੇ ਰੌਲਾ ਪਾਉਂਦੇ ਆ ਜੋ ਵੀ ਪੰਜਾਬ ਦੇ ਵਿੱਚ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਿਉਂ ਨਹੀਂ ਕਰ ਰਹੇ ਕਿਉਂਕਿ ਜਿੰਨਾ ਚਿਰ ਨਰਿੰਦਰ ਮੋਦੀ ਸਾਹਿਬ ਇਹਨਾਂ ਨੂੰ ਇਸ਼ਾਰਾ ਨਹੀਂ ਕਰਦੇ ਉਹਨਾਂ ਚਿਰ ਪੰਜਾਬ ਦੇ ਵਿੱਚ ਇਹੀ ਹਾਲ ਰਹਿਣਾ। ਇਹ ਗੱਲ ਸਾਬਤ ਹੋ ਚੁੱਕੀ ਹੈ। ਠੀਕ ਹੈ ਹਾਂਜੀ ਪ੍ਰੋਫੈਸਰ ਮਨਜੀਤ ਜੀ ਇੱਕ ਨਵੀਂ ਧਾਰਨਾ ਮਿਲ ਕੇ ਸਾਹਮਣੇ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਥਾਪੜੀ ਹੈ ਨਰਿੰਦਰ ਮੋਦੀ ਹੋਰਾਂ ਨੇ ਕਿ ਸਾਡੇ ਤੋਂ ਕੋਈ ਖਤਰਾ ਨਹੀਂ ਹੋਣਾ। ਨਹੀਂ ਇਸ ਤਰ੍ਹਾਂ ਦੀ ਧਾਰਨਾ ਨਹੀਂ ਹੈ। ਦੇਖੋ ਗੱਲ ਤੇ ਜੋਸ਼ੀ ਜੀ ਜਿਹੜੀ ਕਹਿ ਰਹੇ ਆ ਕਿ ਉਹ ਇੱਕ ਟੋਟੈਲਿਟੀ 'ਚ ਦੇਖਣਾ ਚਾਹੀਦਾ। ਮੈਨੂੰ ਲੱਗਦਾ ਕਿ ਉਸ ਨੂੰ ਇੱਕ ਟੋਟੈਲੀਟੇਰੀਅਨਿਜ਼ਮ ਦੇ ਵਿੱਚ ਵੀ ਦੇਖਣਾ ਚਾਹੀਦਾ ਕਿ ਕਿਵੇਂ ਕੀ ਲੋੜ ਹੈ ਗੱਲ ਕਰਨ ਦੀ। ਜਿਵੇਂ ਮਿੱਤਲ ਜੀ ਕਹਿ ਰਹੇ ਆ ਕਿ ਬਾਰ-ਬਾਰ ਸਾਨੂੰ ਕਾਂਗਰਸ ਮੁਕਤ ਸ਼ੁਰੂ ਤੋਂ ਹੀ ਕਹਿ ਰਹੇ ਆ ਇੰਜ ਇੱਕ ਬਹੁਤ ਹੀ ਫਾਸ਼ਿਸਟ ਟਾਈਪ ਆਈਡੀਓਲੋਜੀ ਜਿਹੜੀ ਤੁਹਾਡੇ ਸਾਹਮਣੇ ਆਉਂਦੀ ਆ ਕਿ ਜਿਹਦੇ ਵਿੱਚ ਹੁਣ ਅਕਾਲੀ ਦਲ ਇੱਥੇ ਤਕੜਾ ਹੋਵੇ ਤੇ ਕਵੇ ਕਿ ਹੁਣ ਕਾਂਗਰਸ ਮੁਕਤ ਚਾਹੀਦਾ ਜਾਂ ਬੀਜੇਪੀ ਮੁਕਤ ਇੱਥੇ ਅਸੀਂ ਪੰਜਾਬ ਕਰਨਾ ਕਿਉਂਕਿ ਇਹ ਤੇ ਸਾਡਾ ਸਿੱਖੀ ਦਾ ਬੋਲਬਾਲਾ। ਇਹੋ ਜਿਹੀਆਂ ਗੱਲਾਂ ਕਦੀ ਵੀ ਠੀਕ ਨਹੀਂ ਲੱਗਦੀਆਂ। ਅੱਛਾ ਪ੍ਰੋਫੈਸਰ ਇੱਕ ਮਿੰਟ ਇੱਕ ਪਾਰਟੀ ਹੈ ਉਸ ਦੀ ਵਿਰੋਧੀ ਕੋਈ ਪਾਰਟੀ ਹੈ ਜੇ ਉਹ ਪਾਰਟੀ ਕਵੇ ਕਿ ਮੈਂ ਵਿਰੋਧੀ ਪਾਰਟੀ ਨੂੰ ਨਹੀਂ ਰਹਿਣ ਦੇਣਾ ਇਹਦੇ ਵਿੱਚ ਗਲਤ ਕੀ ਹੈ? ਨਹੀਂ ਦੇਖੋ ਪਾਰਟੀ ਦੇਖੋ ਨਾ ਪਾਰਟੀ ਨੂੰ ਸੱਤਾ 'ਚ ਨਾ ਰਹਿਣ ਦੇਣਾ ਤੇ ਪਾਰਟੀ ਨੂੰ ਦੇਸ਼ ਵਿੱਚੋਂ ਖਤਮ ਕਰਨਾ ਦੋ ਗੱਲਾਂ ਲੱਗ ਗਈਆਂ। ਇਹ ਤੇ ਗੱਲਾਂ ਸਾਰੇ ਕਹਿੰਦੇ ਆ ਕਿ ਉਹਨੂੰ ਉਹਦੀ ਸੱਤਾ 'ਚ ਮੈਂ ਉਹਦੀ ਜਗ੍ਹਾ ਆਵਾਂ ਇਹ 'ਚ ਕੋਈ ਹਰਜ ਨਹੀਂ ਹੈਗਾ। ਪਰ ਤੁਸੀਂ ਕਹਿਣਾ ਕਿ ਕਾਂਗਰਸ ਮੁਕਤ ਭਾਰਤ ਇਹਦਾ ਮਤਲਬ ਕੀ ਹੈ ਕਿ ਅਸੀਂ ਉਹਨਾਂ ਨੂੰ ਸਦਾ ਲਈ ਇੱਥੋਂ ਖਤਮ ਕਰਨਾ ਉਹਦਾ ਬੀਜ ਖਤਮ ਕਰਨਾ ਇਹਦਾ ਮਤਲਬ ਇਹ ਨਿਕਲਦਾ ਹੈ। ਜੋ ਸਾਹਿਬ ਮਤਲਬ ਇਹ ਨਿਕਲਦਾ ਨਹੀਂ ਛੱਡ ਦਿਓ ਤੁਸੀਂ ਉਹਨਾਂ ਦੇ ਮਤਲਬ ਉਹਨਾਂ ਦੇ ਨਾ ਮੈਨੂੰ ਗੱਲ ਖਤਮ ਕਰਨ ਦਿਓ। ਜੋਸ਼ੀ ਦਾ ਮਤਲਬ ਬਾਅਦ 'ਚ ਕੱਢਿਓ। ਇੱਕ ਮਿੰਟ ਮੈਨੂੰ ਗੱਲ ਨਹੀਂ ਮੈਨੂੰ ਪਹਿਲਾਂ ਮੈਨੂੰ ਪੂਰੀ ਗੱਲ ਕਰਨ ਦਿਓ ਉਹਨਾਂ ਕੋਲ ਜਵਾਬ ਜ਼ਰੂਰ ਲਿਓ ਤੁਸੀਂ। ਦੂਜੀ ਗੱਲ ਜਿਹੜੀ ਹੈ ਕਿ ਜਿਹੜੀ ਇਸ ਕਿਸਮ ਦੀ ਕੋਈ ਲੋੜ ਨਹੀਂ ਸੀ। ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਮਤਲਬ ਇੱਕ ਬਹੁਤ ਅਹਿਮ ਹੈ ਜਿਵੇਂ ਚੀਮਾ ਜੀ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਦੂਜਿਆਂ ਦੇ ਜਿਹੜੇ ਘਰਾਂ ਦੇ ਵਿੱਚ ਝਾਤੀਆਂ ਮਾਰਨ ਦੀ ਕੀ ਲੋੜ ਆ। ਕਾਂਗਰਸ ਦੇ ਅੰਦਰ ਕੀ ਖਿਚੜੀ ਪੱਕ ਰਹੀ ਆ ਆਮ ਆਦਮੀ ਪਾਰਟੀ ਅੰਦਰ ਕੀ ਕੁਝ ਹੋ ਰਿਹਾ ਆ ਜਾਂ ਆਪਣੀ ਉਹਨਾਂ ਦੀ ਪਾਰਟੀ ਅੰਦਰ ਕੀ ਕੁਝ ਹੋ ਰਿਹਾ ਆ ਇਹਦੀਆਂ ਕੋਈ ਬਹੁਤੀਆਂ ਗੱਲਾਂ ਨਹੀਂ। ਅੱਜ ਕੱਲ੍ਹ ਕਿਹੜੇ ਕੀ ਵਖਰੇਵੇਂ ਰਹੇ ਆ। ਉਹ ਮਨਪ੍ਰੀਤ ਬਾਦਲ ਜਾ ਕੇ ਕਾਂਗਰਸ 'ਚ ਬੈਠ ਗਿਆ ਨਵਜੋਤ ਸਿੱਧੂ ਜਾ ਕੇ ਕਾਂਗਰਸ 'ਚ ਬੈਠ ਗਿਆ। ਇਸ ਤਰ੍ਹਾਂ ਹੀ ਕਾਂਗਰਸ 'ਚੋਂ ਸਾਰੀ ਕਾਂਗਰਸ ਤ੍ਰਿਪੁਰਾ ਦੇ ਵਿੱਚ ਚਲੇਗੀ ਬੀਜੇਪੀ ਦੇ ਖੇਮੇ 'ਚ। ਕੌਣ ਕਿਹਦਾ ਇੱਥੇ ਸਾਰੇ ਇੱਕੋ ਜਿਹੇ ਹੀ ਆ। ਤੁਸੀਂ ਕਿਹੜਾ ਕਿਹਦੇ ਨਾਲ ਰਲਿਆ ਕਿਹੜਾ ਨਹੀਂ ਰਲਿਆ ਉਹਦੇ ਅੱਜ ਕੱਲ੍ਹ ਲੋਕਾਂ ਨੇ ਫਰਕ ਹੀ ਖਤਮ ਕਰਤਾ। ਮੈਨੂੰ ਸਭ ਤੋਂ ਵੱਡੀ ਜਿਹੜੀ ਇਸ ਕਰਕੇ ਇਹ ਗੱਲ ਲੱਗਦੀ ਹੈ ਕਿ ਜੇ ਇਹਦੇ ਵਿੱਚ ਚਾਹੀਦਾ ਇਹ ਸੀਗਾ ਕਿ ਇਹੋ ਜਿਹੇ ਨਾਅਰੇ ਦੇਣ ਦੀ ਜਗ੍ਹਾ ਕਿ ਕਾਂਗਰਸ ਮੁਕਤ ਭਾਰਤ ਇਹਨਾਂ ਨੂੰ ਜਿੱਥੇ ਜੋ ਵਾਅਦੇ ਕਰਕੇ ਆਈ ਸੀਗੀ ਇਹ ਪਾਰਟੀ ਸੈਂਟਰ ਦੇ ਵਿੱਚ ਅਨਪੜ੍ਹਤਾ ਮੁਕਤ ਭਾਰਤ ਚਾਹੀਦਾ ਸੀਗਾ ਗਰੀਬੀ ਮੁਕਤ ਭਾਰਤ ਚਾਹੀਦਾ ਸੀ ਉਹ ਤੇ ਕੁਝ ਹੋਇਆ ਨਹੀਂ। ਜਦੋਂ ਦੇ ਇਹੋ ਜਿਹੇ ਬਿਆਨ ਹੈ ਜਿਹੜੇ ਦੇਣੇ ਹਲਕੇ ਫੁਲਕੇ ਜਿਹੜੇ ਕਹਿ ਰਹੇ ਉਹ ਤੇ ਦੇ ਰਹੇ ਆ। ਨੀਰਵ ਮੋਦੀ ਬਾਰੇ ਅਜੇ ਤੱਕ ਬਿਆਨ ਕੋਈ ਖੁੱਲ੍ਹ ਕੇ ਦਿੱਤਾ ਹੀ ਨਹੀਂ। ਕਿਉਂ ਨਹੀਂ ਦਿੱਤਾ? ਐਡਾ ਵੱਡਾ ਸਕੈਂਡਲ ਹੋਇਆ ਦੇਸ਼ ਦੇ ਵਿੱਚ। ਉਹ ਮੈਂ ਤੁਹਾਨੂੰ ਅੱਜ ਦੱਸਦਾ ਮੈਂ ਬੈਂਕਰਾਂ ਦੇ ਨਾਲ ਗੱਲ ਕਰਕੇ ਆਇਆ ਘੱਟੋ ਘੱਟ 50,000 ਕਰੋੜ ਦਾ ਚੂਨਾ ਤੁਹਾਡੇ ਦੇਖ ਲਿਓ ਹੁਣੇ ਹੋਰ ਮਹੀਨੇ 'ਚ ਇੰਨੀ ਰਾਸ਼ੀ ਹੋ ਜਾਣੀ ਉਹਦੇ ਬਾਰੇ ਤਾਂ ਕੁਝ ਕਹਿੰਦੇ ਨਹੀਂ। ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜ਼ਰੂਰ ਇੱਕ ਉਹ ਵੀ ਦੂਜਿਆਂ ਤੇ ਕਾਂਗਰਸ ਤੇ ਸੁੱਟਦਾ ਸਾਰਾ ਭਾਂਡਾ ਭੰਨਤਾ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਲਈ। ਇਸ ਕਰਕੇ ਆਪਾਂ ਲੋਕਾਂ ਦੇ ਜਿਹੜੇ ਕੀਤੇ ਵਾਅਦੇ ਆ ਉਹਨਾਂ ਤੋਂ ਨਾ ਜਾਈਏ
ਭੁੱਲੀਏ ਔਰ ਜਿਹੜੇ ਦੂਸਰੇ ਆ ਜਿਹੜੀਆਂ ਛੋਟੀਆਂ ਗੱਲਾਂ ਹੈਗੀਆਂ ਨਾ ਜੀ ਉਹਦੇ ਵਿੱਚ ਉਲਝਾ ਕੇ ਅਸੀਂ ਲੋਕਾਂ ਦੇ ਜਿਹੜੇ ਮੁੱਖ ਮੁੱਦੇ ਆ ਉਹਨਾਂ ਤੋਂ ਪਰਾਂ ਨਾ ਜਾਈਏ। ਹਾਂਜੀ ਜੋਸ਼ ਸਾਹਿਬ, ਕਾਂਗਰਸ ਮੁਕਤ ਭਾਰਤ ਦੀ ਜਦ ਗੱਲ ਮੋਦੀ ਸਾਹਿਬ ਨੇ ਬੋਲੀ ਤੇ ਉਹਨਾਂ ਨੇ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਬੋਲੀ ਤ੍ਰਿਪੁਰਾ ਔਰ ਨਾਗਾਲੈਂਡ ਔਰ ਮੇਘਾਲਿਆ 'ਚ ਸਾਡੀ ਸਪੋਰਟ ਨਾ ਬਣ ਜਾ ਰਹੀ ਹੈ, ਉੱਥੇ ਕਾਂਗਰਸ ਖਤਮ ਹੋ ਗਈ। ਜਿਹੜਾ ਤ੍ਰਿਪੁਰਾ ਵਰਗਾ ਸਟੇਟ ਜਾਂ ਨਾਗਾਲੈਂਡ ਜਿੱਥੇ ਸਾਡਾ ਕਦੀ ਕਾਉਂਸਲਰ ਨਹੀਂ ਬਣਿਆ ਉੱਥੇ ਤੁਸੀਂ ਜਿਹੜਾ ਹੈਗਾ ਹੈ ਸੱਤਾ 'ਚ ਆ ਜਾਓ, ਡਾਇਰੈਕਟ ਤੁਸੀਂ ਤ੍ਰਿਪੁਰਾ 'ਚ ਆ ਜਾਓ। ਤੇ ਕਾਂਗਰਸ ਮੁਕਤ ਭਾਰਤ ਦਾ ਮਤਲਬ ਕਿ ਲੋਕਾਂ ਦੇ ਅੰਦਰ ਸੇਵਾ ਕਰਕੇ, ਲੋਕਾਂ ਦੇ ਅੰਦਰ ਡਿਵੈਲਪਮੈਂਟ ਦਾ ਏਜੰਡਾ ਲਿਜਾ ਕੇ, ਲੋਕਾਂ ਦਾ ਦਿਲ ਜਿੱਤ ਕੇ ਕਾਂਗਰਸ ਮੁਕਤ ਭਾਰਤ ਕਰਨਾ। ਕਾਂਗਰਸ ਅੱਜ ਇਸ ਦੇਸ਼ ਦੇ ਅੰਦਰ ਸਮੱਸਿਆਵਾਂ ਦੀ ਜੜ ਮੰਨੀ ਜਾਂਦੀ ਹੈ। ਕਾਂਗਰਸ ਦਾ ਇੱਕ ਲੰਬਾ ਸਮਾਂ ਦੇਸ਼ ਤੇ ਰਾਜ ਰਿਹਾ, ਦੇਸ਼ ਦੇ ਅੰਦਰ ਜਿੰਨੀ ਪ੍ਰੋਬਲਮਸ ਹੈ ਉਹਦੀ ਜੜ 'ਚ ਮੈਕਸਿਮਮ ਲੋਕ ਜਿਹੜੇ ਹੈ ਉਹ ਕਹਿੰਦੇ ਨੇ। ਸੋ ਕਾਂਗਰਸ ਮੁਕਤ ਭਾਰਤ ਦਾ ਮਤਲਬ ਕੋਈ ਤੁਸੀਂ ਇਹਨੂੰ ਨੈਗੇਟਿਵ ਨਾ ਲਓ, ਇੱਕ ਪੋਜ਼ਿਟਿਵਿਟੀ ਇਹ ਕੈਂਪੇਨ ਹੈ ਸਾਡੀ, ਠੀਕ ਹੈ, ਕਿਉਂਕਿ ਕਾਂਗਰਸ ਜਿਹੜਾ ਹੈਗਾ ਉਹਨੇ ਦੇਸ਼ ਨੂੰ ਲੁੱਟਿਆ ਹੈ, ਦੇਸ਼ ਨੂੰ ਖਸੁੱਟਿਆ ਹੈ ਔਰ ਦੇਸ਼ ਦੇ ਅੰਦਰ ਵਿਕਾਸ ਦੇ ਨਾਂ ਤੇ ਜਿਹੜਾ ਹੈਗਾ ਰਿਲੀਜੀਅਸ ਜਿਹੜੀਆਂ ਵੰਡੀਆਂ ਪਾਈਆਂ। ਬੀਜੇਪੀ ਨੇ ਜਿਹੜਾ ਹੈ ਲੋਕਤੰਤਰ ਦੇ ਵਿੱਚ ਇੱਕ ਸਟਰੋਂਗ ਵਿਰੋਧੀ ਧਿਰ ਦਾ ਹੋਣਾ ਬੜਾ ਜ਼ਰੂਰੀ ਹੈ। ਕੋਈ ਗੱਲ ਨਹੀਂ, ਤਾਂ ਉਹ ਵੀ ਆਪਣੀ ਵੋਟਾਂ ਮੰਗਣ, ਉਹ ਕਹਿਣ ਜੀ ਬੀਜੇਪੀ ਮੁਕਤ ਭਾਰਤ ਕਰਾਂਗੇ, ਕਹਿਣ ਨਾ ਆਪਾਂ ਵੋਟਾਂ ਦੇ ਸੰਦਰਭ 'ਚ ਕਹਿ ਰਹੇ ਹਾਂ। ਅਸੀਂ ਇਹ ਨਹੀਂ ਕਹਿ ਰਹੇ ਕਿ ਇਹਨਾਂ ਦੇ ਆਫਿਸ ਬੇਅਰ ਸ਼ਹਿਰਾਂ 'ਚ ਨਹੀਂ ਰਹਿਣਗੇ, ਅਸੀਂ ਇਹ ਨਹੀਂ ਕਹਿ ਰਹੇ ਨੇ ਸੂਬੇ ਅਹੁਦੇਦਾਰ ਨਹੀਂ ਰਹਿਣਗੇ, ਅਸੀਂ ਇਹ ਨਹੀਂ ਕਹਿ ਰਹੇ ਸੈਂਟਰਲ ਆਫਿਸ ਬੇਅਰ ਕਾਂਗਰਸ ਨਹੀਂ, ਅਸੀਂ ਤੇ ਕਿਹਾ ਕਿ ਪੋਲੀਟੀਕਲੀ ਪ੍ਰਜਾਤੰਤਰ ਵੋਟ ਦੇ ਰਾਹੀਂ। ਔਰ ਇੱਕ ਅੱਛੀ ਗੱਲ ਕੀ ਹੈ, ਅੱਛੀ ਗੱਲ ਕੀ ਸਮਝਣ ਵਾਲੀ ਹੈ ਕਿ ਜੇ ਬੀਜੇਪੀ ਨੂੰ ਵੋਟਾਂ ਪੈਣ ਹਨਾ ਤਾਂ ਤੁਸੀਂ ਕਮੈਂਟ ਕਰੋ, ਜੇ ਤੁਹਾਨੂੰ ਵੋਟਾਂ ਪੈਣ ਤਾਂ ਪਪੂਲੈਰਿਟੀ ਹੈ। ਭਰਾ ਜੀ ਇਹ ਸਾਡੇ ਡਿਵੈਲਪਮੈਂਟਲ ਏਜੰਡੇ ਨੂੰ ਲੋਕ ਬਾਰ-ਬਾਰ ਸਟੈਂਪ ਕਰ ਰਹੇ ਨੇ ਤੇ ਮੇਰੇ ਲੱਕੀ ਵੀਰ ਜੀ ਨੇ ਵੀ ਕਿਹਾ ਹੈ ਕਿ ਵੀ ਜਿਹੜਾ ਹੈਗਾ ਰਾਜਸਥਾਨ ਦਾ ਰੈਫਰੈਂਸ ਦਿੱਤਾ ਹੈ। ਕੋਈ ਗੱਲ ਨਹੀਂ ਲੱਕੀ, ਚਿੰਤਾ ਨਾ ਕਰੋ, ਵਿਧਾਨ ਸਭਾ ਚੋਣਾਂ ਆ ਲੈਣ ਦਿਓ। ਉਹਨਾਂ ਤਾਂ ਪੰਜਾਬ ਦਾ ਵੀ ਰੈਫਰੈਂਸ ਦਿੱਤਾ ਹੈ, ਗੁਰਦਾਸਪੁਰ ਦਾ ਰੈਫਰੈਂਸ ਦਿੱਤਾ ਹੈ, ਐਮਸੀ ਇਲੈਕਸ਼ਨ ਦਾ ਰੈਫਰੈਂਸ ਦਿੱਤਾ ਹੈ। ਜੇ ਤੁਸੀਂ ਪੂਰੇ ਭਾਰਤ ਦੀ ਗੱਲ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਲਗਾਤਾਰ ਕਾਂਗਰਸ ਜਿੱਤਦੀ ਹੈ। ਮੈਂ ਉਸ ਤੇ ਆਣਾ ਪਹਿਲੇ ਤਾਂ ਜਿਹੜਾ ਰਾਜਸਥਾਨ ਦਾ ਰੈਫਰੈਂਸ ਦਿੱਤਾ, ਮੇਰੀ ਬੇਨਤੀ ਹੈ ਲੱਕੀ ਜੀ ਚਿੰਤਾ ਨਾ ਕਰੋ, ਥੋੜੇ ਦਿਨ ਰੁਕ ਜਾਓ, ਜਦ ਰਾਜਸਥਾਨ ਦੀ ਚੋਣਾਂ ਹੋ ਜਾਣਗੀ ਸਾਲ ਦੇ ਅੰਦਰ ਤੁਹਾਨੂੰ ਸਭ ਗੱਲਾਂ ਸਪਸ਼ਟ ਹੋ ਜਾਣਗੀਆਂ। ਜਿੱਥੇ ਤੱਕ ਪੰਜਾਬ ਦੀ ਗੱਲ ਹੈ ਉਹ ਬੜਾ ਸਾਫ਼ ਔਰ ਸਪਸ਼ਟ ਹੈ। ਗੁਰਦਾਸਪੁਰ ਦੇ ਅੰਦਰ, ਉਸ ਤੋਂ ਬਾਅਦ ਅੰਮ੍ਰਿਤਸਰ, ਜਲੰਧਰ, ਪਟਿਆਲਾ ਦੇ ਅੰਦਰ ਔਰ ਹੁਣ ਲੁਧਿਆਣਾ ਦੇ ਅੰਦਰ ਜਿਸ ਤਰੀਕੇ ਚੋਣਾਂ ਜਿੱਤੀਆਂ ਗਈਆਂ ਔਰ ਉਹਨਾਂ ਚੋਣਾਂ ਦੀ ਜਿਹੜੀ ਫੋਟੋਗ੍ਰਾਫ ਅਖਬਾਰ ਛਪੀਆਂ ਔਰ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਏ ਨੇ ਉਹ ਸਾਫ਼ ਔਰ ਸਪਸ਼ਟ ਦੱਸਦੇ ਨੇ ਕਿ ਜਿਹੜੇ ਹੈਗਾ ਸਰਕਾਰੀ ਤੰਤਰ ਦਾ, ਖਾਸ ਕਰਕੇ ਪੁਲਿਸ ਤੰਤਰ ਦਾ ਦੁਰਉਪਯੋਗ ਕਰਕੇ ਕਾਂਗਰਸ ਨੇ ਉਹ ਚੁਣਾਵ ਜਿੱਤੇ ਨੇ ਔਰ ਇਸ 'ਚ ਕੋਈ ਕਨਫਿਊਜ਼ਨ ਹੁਣ ਤੱਕ ਲੱਕੀ ਜੀ ਬਚਿਆ ਨਹੀਂ ਹੈ। ਜੇ ਮੈਂ ਆਪ ਜੀ ਨੂੰ ਲੱਕੀ ਜੀ ਬੇਨਤੀ ਕਰਾਂ, ਪਟਿਆਲਾ 'ਚ ਇੱਕ ਜਗ੍ਹਾ ਰੀਪੋਲ ਹੋਇਆ ਸੀ, ਜਿੱਥੇ ਰੀਪੋਲ ਹੋਇਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਕੈਂਡੀਡੇਟ ਜਿੱਤ ਕੇ ਆ ਗਿਆ ਸੀਗਾ। ਸੋ ਲੱਕੀ ਜੀ ਇਹਦੀ ਚਿੰਤਾ ਨਾ ਕਰੋ ਪੰਜਾਬ ਦੀ ਚੋਣਾਂ ਦੀ। ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਪਪੂਲੈਰਿਟੀ ਦਾ ਮਾਪਦੰਡ ਆਪਣਾ ਗੁਰਦਾਸਪੁਰ ਲੋਕ ਸਭਾ ਦਾ ਉਪ ਚੁਣਾਵ ਜਾਂ ਇਹ ਉਸ ਸਭ ਮਿਊਨਿਸਪੈਲਿਟੀ ਚੋਣਾਂ ਹੈ, ਤੁਸੀਂ ਖੁਸ਼ ਰਹੋ। 2019 ਦੂਰ ਨਹੀਂ ਹੈ, 13 ਵਿੱਚੋਂ ਇੱਕ ਸੀਟ ਵੀ ਤੁਹਾਨੂੰ ਨਹੀਂ ਆਣੀ। ਹਾਂਜੀ ਲੱਕੀ ਜੀ, ਹੁਣ ਇਦਾਂ ਹੈ ਕਿ ਜੋਸ਼ੀ ਸਾਹਿਬ ਨੇ ਕਾਫੀ ਲੰਬੀ ਸਪੀਚ ਦਿੱਤੀ ਹੈ। ਮੈਂ ਇਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ, ਇਹ ਗੱਲ ਕਰਦੇ ਹਾਂ ਪਹਿਲਾਂ ਤਾਂ ਕਿ ਜੀ ਅਸੀਂ ਕਾਂਗਰਸ ਮੁਕਤ ਭਾਰਤ ਕਰਨਾ ਹੈ, ਇਹ ਆਪਣੀ ਲਕੀਰ ਵੱਡੀ ਕਰਨ ਦੀ ਜਗ੍ਹਾ ਦੂਸਰੇ ਦੀ ਲਕੀਰ ਮਟਾਉਣ ਦੀ ਗੱਲ ਕਰਦੇ ਨੇ। ਜਿਹੜਾ ਤੁਸੀਂ ਕਹਿ ਰਹੇ ਸੀ ਨਾ ਵੀ ਇਹਨਾਂ ਦਾ ਕੀ ਐਗਜ਼ਾਮਪਲ ਹੈ। ਦੂਸਰੀ ਗੱਲ ਚੋਣਾਂ ਦੀ ਗੱਲ ਕਰਦੇ ਨੇ, ਇਹ ਸਿਰਫ ਮਿਊਨਿਸਪੈਲਿਟੀ ਦੀ ਚੋਣਾਂ ਨਹੀਂ ਹੈ। ਰਾਜਸਥਾਨ ਦੇ ਵਿੱਚ ਲੋਕ ਸਭਾ ਦੀ 2 ਸੀਟਾਂ ਸੀਗੀਆਂ ਔਰ ਲੋਕ ਸਭਾ ਸਿੱਧਾ ਮੋਦੀ ਸਾਹਿਬ ਦਾ ਰੈਫਰੈਂਡਮ ਹੈ ਮੋਦੀ ਸਾਹਿਬ ਦੇ ਉੱਪਰ। ਔਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਮੋਦੀ ਸਾਹਿਬ ਗੱਲਾਂ ਬਹੁਤ ਕਰਦੇ ਨੇ ਔਰ ਇਹ ਕਾਂਗਰਸ ਨੂੰ, ਜੋਸ਼ੀ ਸਾਹਿਬ ਨੇ ਹੁਣੇ ਗੱਲ ਕਿਹਾ ਵੀ ਕਾਂਗਰਸ ਨੇ ਦੇਸ਼ ਨੂੰ ਲੁੱਟਿਆ। ਮੈਂ ਤਾਂ ਕਹਿੰਦਾ ਕਿ ਬੀਜੇਪੀ ਨੇ ਤਾਂ ਦੇਸ਼ ਨੂੰ ਬਰਬਾਦ ਕਰਨ ਦਾ ਕੰਮ ਕੀਤਾ। ਜਿਸ ਤਰ੍ਹਾਂ ਦੀ ਆਰਥਿਕ ਨੀਤੀਆਂ ਲੈ ਕੇ ਆਏ ਨੇ ਔਰ ਜਿਸ ਤਰ੍ਹਾਂ ਦੀ ਗੱਲਾਂ ਅੱਜ ਭਾਰਤੀ ਜਨਤਾ ਪਾਰਟੀ ਦੇ ਲੋਕ ਕਰਨੇ ਨੇ, ਮੋਦੀ ਸਾਹਿਬ ਕੋਲ ਬੇਕਾਰ ਦੇ ਟੌਪਿਕਸ ਦੇ ਉੱਪਰ ਟਵੀਟ ਕਰਨ ਦਾ ਤਾਂ ਬਹੁਤ ਟਾਈਮ ਹੈ। ਕੋਈ ਕਿਸੇ ਨੇ ਕਿਤੇ ਛਿੱਕ ਮਾਰਤੀ ਉਹਦੇ ਉੱਪਰ ਤਾਂ ਮੋਦੀ ਸਾਹਿਬ ਦਾ ਟਵੀਟ ਆ ਜਾਂਦਾ ਹੈ। ਪਰ ਜਿਹੜੇ ਕੋਈ ਦੇਸ਼ ਦੀਆਂ ਸਮੱਸਿਆਵਾਂ ਹੈ, ਅੱਜ ਬੇਰੋਜ਼ਗਾਰੀ ਕਿੱਡਾ ਵੱਡੀ ਸਮੱਸਿਆ ਬਣੀ ਹੋਈ ਹੈ। ਪ੍ਰੋਫੈਸਰ ਮਨਜੀਤ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਜਿਹੜੇ ਅਸਲੀ ਮੁੱਦੇ ਆ ਉਹਨਾਂ ਦੇ ਉੱਪਰ ਮੋਦੀ ਸਾਹਿਬ ਦਾ ਕੋਈ ਟਵੀਟ ਨਹੀਂ ਆਉਂਦਾ। ਐਡਾ ਵੱਡਾ ਬੈਂਕਾਂ ਦਾ ਘੁਟਾਲਾ ਹੋਇਆ ਔਰ ਪਹਿਲਾਂ ਲਲਿਤ ਮੋਦੀ ਭੱਜ ਗਿਆ, ਫਿਰ ਨੀਰਵ ਮੋਦੀ ਭੱਜ ਗਿਆ, ਉਸ ਤੋਂ ਬਾਅਦ ਆਪਣਾ ਕਿੰਗਫਿਸ਼ਰ ਵਾਲੇ ਭਾਈ ਸਾਹਿਬ ਭੱਜ ਗਏ, ਇਹ ਸਾਰੇ ਭੱਜ ਗਏ ਔਰ ਚੌਕੀਦਾਰ ਸਾਹਿਬ ਸੁੱਤੇ ਪਏ ਸੀ। ਉਹ ਇਹਨਾਂ ਨੇ ਦੇਸ਼ ਨੂੰ ਜਿਹੜੇ ਲੁੱਟ ਕੇ ਜਾ ਰਹੇ ਆ, ਮੈਂ ਸਮਝਦਾ ਇਹਨਾਂ ਦੀ ਮਿਲੀ ਭੁਗਤ ਹੈ। ਇੱਕ ਮੋਦੀ, ਨੀਰਵ ਮੋਦੀ, ਇੱਕ ਲਲਿਤ ਮੋਦੀ, ਤੀਜਾ ਮੋਦੀ ਉਹ ਪੱਠਾ ਦੇਸ਼ ਦਾ ਭਾਣ ਬੈਠਾ ਹੋਇਆ। ਮੈਂ ਇਹ ਸਮਝਦਾ ਕਿ ਇਸ ਸਮੇਂ ਜਿੰਨੀ ਵੀ ਲੋਕ ਨੇ, ਆਮ ਜਨਤਾ ਨੇ ਇਸ ਦੇਸ਼ ਦੀ, ਉਹ ਪਰੇਸ਼ਾਨ ਹੋ ਚੁੱਕੀ ਹੈ। ਉਹ ਮੋਦੀ ਸਰਕਾਰ ਨੂੰ ਚਲਦਾ ਕਰੇਗੀ 2019 ਦੇ ਵਿੱਚ। ਤੁਸੀਂ ਸਿਰਫ ਇਹ ਜੋਸ਼ੀ ਸਾਹਿਬ ਹੁਣੇ ਗੱਲ ਕਰ ਰਹੇ ਸੀ ਸਿਰਫ ਕਾਰਪੋਰੇਸ਼ਨ ਦੀ ਚੋਣਾਂ, ਮੈਂ ਤੁਹਾਨੂੰ ਲੋਕ ਸਭਾ ਦੇ ਵੀ ਐਗਜ਼ਾਮਪਲ ਦਿੱਤੇ ਨੇ
ਔਰ ਹੌਲੀ ਹੌਲੀ ਜਿੱਥੇ ਜਿੱਥੇ ਬੀਜੇਪੀ ਦਾ ਰਾਜ ਸੀ, ਚਾਹੇ ਉਹ ਮੱਧ ਪ੍ਰਦੇਸ਼ ਹੈ ਚਾਹੇ ਰਾਜਸਥਾਨ ਹੈ, ਐਡੀ ਵੱਡੀ ਜਿੱਤਾਂ ਕਾਂਗਰਸ ਦੀ ਹੋ ਰਹੀ ਹੈ ਕਿਉਂਕਿ ਇਹ ਵੋਟ ਜਿਹੜੀ ਹੈਗੀ ਨਾ ਲੋਕ ਮੋਦੀ ਦੇ ਖਿਲਾਫ ਪਾ ਰਹੇ ਨੇ। ਚਲੋ 2019 ਦੇ ਮੈਂ ਇੱਕ ਬ੍ਰੇਕ ਲੈ ਲਵਾਂ ਲੱਕੀ ਸਾਹਿਬ ਇੱਕ ਬ੍ਰੇਕ ਲੈਣਾ ਔਰ ਇੱਕ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਜਿਹੜੀ ਚੀਮਾ ਸਾਹਿਬ ਨੇ ਗੱਲ ਕੀ ਉਹ ਬੜੀ ਇੰਪੋਰਟੈਂਟ ਹੈ, ਨੋਟਬੰਦੀ ਗੰਭੀਰਤਾ ਦੇ ਨਾਲ ਲੈਣਾ ਕਿਸੇ ਸੂਬੇ ਦੇ ਸੀਐਮ ਨੂੰ ਪ੍ਰਧਾਨ ਮੰਤਰੀ ਵੱਲੋਂ ਉਹ ਬੜਾ ਜ਼ਰੂਰੀ ਹੈਗਾ ਕਿਉਂਕਿ ਤੁਸੀਂ ਫੰਡਿੰਗ ਲੈਣੀ ਹੈ ਜਾਂ ਆਪਣੇ ਸੂਬੇ ਦਾ ਵਿਕਾਸ ਕਰਨਾ ਤਾਂ ਕੇਂਦਰ ਦੇ ਨਾਲ ਮਿਲ ਕੇ ਕਰਨਾ ਪਏਗਾ ਔਰ ਕੇਂਦਰ ਦੇ ਸਾਹਮਣੇ ਤੁਹਾਡਾ ਦ੍ਰਿਸ਼ਟੀਕੋਣ ਕੀ ਹੈ ਇਹ ਬੜਾ ਜ਼ਰੂਰੀ ਹੈ। ਇੱਕ ਛੋਟਾ ਜਿਹਾ ਬ੍ਰੇਕ ਲੈ ਲਈ। ब्रेक तो बाद दर्शकों का एक बार फिर तो स्वागत है। साडी विचार चर्चा जारी है। चीमा साहब पहला ये गल कही जा रही सी कि जिहड़ा विस्तार होएगा कैबिनेट का वो बजट सैशन तो बाद हो जाऊगा जिहड़ा निकल गया। फिर गल आ रही सी कि म्यूनसिपल कॉरपोरेशन इलैक्शन जिहड़ियां लुधियाने च उस तो बाद होएगा। हुण होली की भी गल कीती सी, फिर गल मट्ठी पै गई। हुण जिहड़ी गल जिहड़ा सवाल बीजेपी ने भी चुक्या है वो ये सवाल चुक्या कि आपस दे विच इकसुरता नहीं हैगी है और सियासी हलकियां दे विच ये भी गल चल रही है कि जिहड़ी लिस्ट कैप्टन साहब फाइनल करते हैं उपरों रिजैक्ट हो जाती है, उहदे उत्ते किंतु परंतु लाए जाते हैं। असल गल ये है कि इकसुरता ना होने करके कैबिनेट का विस्तार नहीं हो रहा, इसलिए इस तरह के ट्वीट सामने आते। देखो गल ये है कि इस तो माड़ी गल कोई होर नहीं हो सकती कि साल पूरा हो गया ਅਸੀਂ तो कहने कि वादा किहड़ा पूरा किया, जिन्हों ने वादा पूरा करना सी पहला वो कैबिनेट जिहड़ी है हले तक पूरी नहीं हुई। इस तो मतलब भी कोई होर घटिया गल नहीं हो सकती, सूबे वास्ते माड़ी गल नहीं हो सकती। और ये विच मैं समझदा कि जिहड़ी सुरक्षा की भावना और लैक ऑफ कॉन्फिडेंस है जिहड़ा लीडरशिप का वो साफ झलकदा। दो गल्लां इहदे च बड़ियां स्पष्ट है। किहड़े पासों? एक तो लैक ऑफ कॉन्फिडेंस है एट द लैवल ऑफ राहुल गांधी जिहड़े कांग्रेस के प्रेजिडेंट है जी, और दूसरा जिहड़ा दोवां दा एक मत ना होना, एक सुर च ना होना स्टेट के सूबे के मुख्यमंत्री का और कांग्रेस के प्रधान का कि जिहड़ी लिस्ट कैप्टन अमरिंदर सिंह हरी चाहुंदे ने वो राहुल गांधी नूं प्रवान नहीं, जिहड़ी राहुल गांधी चाहुंदे आ वो कैप्टन अमरिंदर सिंह नूं प्रवान नहीं। और राहुल गांधी दे विच इह समर्था नहीं कि वो अपना हुक्म कैप्टन अमरिंदर सिंह को मनवा लवे। कैप्टन अमरिंदर सिंह दे विच इस वेले वो शक्ति नहीं कि वो अपनी गल जिहड़ी है जबरदस्ती राहुल गांधी तो मनवा ले। और इहदी सज़ा जिहड़ी भुगत रहा वो पंजाब की जनता भुगत रही, साडे महकमे सफ़र कर रहे हैं, साडी गवर्नेंस सफ़र कर रही है। क्योंकि कांग्रेस के बुलारे कई तो जाते हैं क्योंकि जी अपनी कारगुजारी ये तो कोई रीजन नहीं है कि तुसी 77 MLA तुहानू लोगों ने बना के दे दिते, संविधान ने तुहानू हक दिता होया, 2 मिनट लगते हैं सहुं चुकाउण दे विच और उन्होंने तुसी 1 साल लाता ये दसन च कि किहड़े 8-9 साडे जिहड़े पार्टी के MLA आ वो सहुं चुकणगे। तुसी गवर्नर साहब नूं ये नहीं दस पाए। इहदा किते भी कोई लॉजिक नहीं है। कोई क्राइटेरिया पार्टी बनावे, चाहे सीनियरिटी बनावे, चाहे मैरिट बनावे, चाहे कोई होर क्राइटेरिया बनावे, ये पार्टी का हक है। इस कहे दूजे पार्टी का तो कोई रोल नहीं ना, इहदे मोदी साहब का तो कोई रोल नहीं। चलो लकी साहब इस गल का जवाब दे दो। हुण भारतीय जनता पार्टी नूं छड्ड दो या अकाली दल नूं छड्ड दो कि तुहाडी कैबिनेट का ही विस्तार नहीं हो पा रहा, साल हो चलिया, तुसीं कैबिनेट ही पूरी नहीं कर पाए, तुसीं लोकां दे वादे की पूरे करोगे। इस दे विच भी कोई सच्चाई हैगी कि कैप्टन साहब जिहड़ी लिस्ट फाइनल करके जांदे ने उपरों किंतु परंतु लग जांदा, वो लिस्ट तरी तराई रह जांदी है। मैं तो इस गल ते मैं तो इस गल ते हैरान है कि अकाली दल नूं ज़्यादा चिंता भी कांग्रेस के मंत्री बन के आण। मेन मकसद किसी भी पार्टी का होंदा है जब सरकार बनती है गवर्नेंस देना होंदा है। अज 8-9 जिन्ने भी मंत्री बने हुए हैं और बहुत होर भी व्यक्ति जिहड़े हैगे वो काबिल हैगे मंत्री बनने दे, वो टाइम दे नाल बनाए जाणगे। हजे 5 साल का लोगों ने हंगारा भरिया कांग्रेस के हक दे विच, तो मैं समझदा कि आने वाले टाइम च जल्दी। पर लकी साहब तुसी कैबिनेट मैनूं एक गल दसो, जे 42-43 डिपार्टमेंट सीएम साहब दे कोल ने की जस्टिफाई कर पाणगे 42-43 डिपार्टमेंट नहीं 42-43 विभाग ने जिहड़े की मुख्यमंत्री साहब जस्टिफाई कर पाणगे? जब तुहाडे कोल पूरी टीम हैगी है, तुसी वो टीम चुन सकदे हो, तो जिहड़े काम मंत्री साहबान ने करने हो तुहाडे OSD कर रहे ने, तां जरूरी नहीं है कि तुसी मंत्रियां नूं चुनो। ਇਹਦੇ ਵਿੱਚ ਦੋਨੋਂ ਤਰ੍ਹਾਂ ਦੀ ਗੱਲਾਂ ਹੈ। ਪਹਿਲੇ ਕਈ ਸਟੇਟਾਂ ਦੇ ਵਿੱਚ ਜਿੱਥੇ ਬਹੁਤ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਤੇ ਕੋਰਟਸ ਨੇ, ਉਹਦਾ ਬੜਾ ਐਡਵਰਸ ਵਿਊ ਲਿੱਤਾ ਔਰ ਉਹਦੇ ਲੋਕਾਂ ਨੂੰ ਲੱਗਦਾ ਸੀ ਵੀ ਯਾਰ ਅਨਸੈਸਰੀ ਜਿਹੜਾ ਖਜ਼ਾਨੇ ਦੇ ਉੱਪਰ ਭਾਰ ਪਾਇਆ ਜਾ ਰਿਹਾ। ਉਹ ਕਿੰਨੇ ਕੀ ਕੀਤਾ ਜਾਂਦਾ ਸੀ। 17 ਮਿਨਿਸਟਰ ਤਾਂ ਸੰਵਿਧਾਨ ਨੇ ਅਲਾਉਡ ਕੀਤੇ ਹੋਏ ਆ। ਉਹ 15% ਬਣਾਉਣ ਤੋਂ ਬਾਅਦ ਜਿੰਨੇ ਹੋਰ MLA ਹੁੰਦੇ ਸੀ ਸਾਰਿਆਂ ਨੂੰ 25 ਚੀਫ ਪਾਰਲੀਮੈਂਟਰੀ ਸੈਕਟਰੀ ਬਣਾ ਦਿੰਦੇ ਸੀਗੇ। नहीं पर चीफ पार्लीमेंटरी सैकटरी बना देते थे, ਉਹਦਾ ਰਿਜ਼ਲਟ ਕੀ ਹੁੰਦਾ ਸੀਗਾ। ਹੁਣ ਦਿੱਲੀ ਦੇ ਵਿੱਚ ਕੀ ਹੋਇਆ ਤੁਸੀਂ ਤੁਹਾਡੇ ਸਾਹਮਣੇ ਕਿੰਨੇ MLAs ਡਿਸਕੁਆਲੀਫਾਈ ਕਰਤੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸਰਕਾਰ ਦਾ ਮਕਸਦ ਇਹ ਨਹੀਂ ਕਿ ਵੀ ਮੰਤਰੀ ਬਣਾ ਦਿਓ ਤੇ ਉਹਨਾਂ ਨੂੰ ਫੀਤੀਆਂ ਲਾ ਦਿਓ ਤੇ ਉਹ
ਉਸ ਦੇ ਨਾਲ ਕੋਈ ਸਰਕਾਰ ਵਧੀਆ ਚੱਲਦੀ ਹੈ ਜਾਂ ਮਹਿਕਮੇ ਜਿਹੜੇ ਦੇਣ ਨਾਲ ਹੁੰਦਾ। ਸਰਕਾਰ ਦਾ ਕੰਮ ਹੈ ਕਿ ਅੱਛੀ ਗਵਰਨੈਂਸ ਦੇਣਾ, ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ 10 ਸਾਲਾਂ ਤੋਂ ਬਾਅਦ ਇੱਕ ਅੱਛੀ ਸਰਕਾਰ ਆਈ ਹੈ ਜਿਹੜੀ ਲੋਕਾਂ ਦੀ ਲੱਕੀ ਸਾਹਿਬ ਗਵਰਨੈਂਸ ਤਾਂ ਦੋਗੇ ਨਾ ਜਿਸ ਸੰਬੰਧਤ ਮੰਤਰੀ ਹੋਏਗਾ ਜਿਹਦਾ ਕੋਈ ਖੈਰ ਖੁਆਈ ਨਹੀਂ, ਉਹ ਗਵਰਨੈਂਸ ਸਲੂਕ ਕਰਦੀ ਹੈ। ਉਸ ਤੋਂ ਕਿੰਨੀ ਚੰਗੀ ਗਵਰਨੈਂਸ ਦੀ ਅਸੀਂ ਉਮੀਦ ਕਰੀਏ? ਮੈਂ ਨਹੀਂ, ਹੁਣ ਇਹ ਅਕਾਲੀ ਦਲ ਤੇ ਇਹ ਗੱਲ ਕਰ ਰਹੇ ਜੀ ਪ੍ਰਧਾਨ ਮੰਤਰੀ ਦੇ ਨਾਲ ਅੱਛੇ ਤਾਲੁਕਾਤ ਹੋਣੇ ਚਾਹੀਦੇ ਆ ਜੀ, ਉਹ ਤਾਂ ਚਲੋ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੇ ਵਿੱਚ ਜਿੰਨਾ ਫਾਈਨੈਂਸ ਪੰਜਾਬ ਨੂੰ ਮਿਲਣਾ ਹੈ ਅਕੋਰਡਿੰਗ ਟੂ ਇਟ ਸ਼ੇਅਰ ਉਹ ਤਾਂ ਮਿਲਣਾ ਹੀ। ਚੀਮਾ ਸਾਹਿਬ ਕਹਿੰਦੇ ਨੇ ਕਿ ਕਿੰਨੀ ਕੁ ਗੰਭੀਰਤਾ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਸੀਐਮ ਸਾਹਿਬ ਨੂੰ ਲੈ ਰਹੇ ਨੇ, ਇਹ ਵੇਖਣ ਵਾਲੀ ਗੱਲ ਹੈ। ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਉਹਨਾਂ ਨੇ ਗੰਭੀਰਤਾ ਨਾਲ ਲੈਂਦੇ ਕਿ ਅਕਾਲੀ ਦਲ ਵਾਲੇ ਔਰ ਬੀਜੇਪੀ ਵਾਲੇ ਮਿਲ ਕੇ ਮੈਂ ਥੋੜੀ ਜਿਹੀ ਪ੍ਰਧਾਨ ਮੰਤਰੀ ਨੂੰ ਕਹਿੰਦੇ ਕਿ ਪੰਜਾਬ ਵਾਸਤੇ ਕੋਈ ਸਪੈਸ਼ਲ ਪੈਕੇਜ ਦਿਓ, ਪੰਜਾਬ ਨੂੰ ਫਾਈਨੈਂਸਿਸ ਦਿਓ, ਪਰ ਕੋਈ ਇਹਨਾਂ ਦਾ ਕੋਈ ਇਹ ਸਿਰਫ ਪੰਜਾਬ ਦੇ ਵਾਸਤੇ ਕੁਝ ਨਹੀਂ ਕਰਨਾ ਚਾਹੁੰਦੀ। ਔਰ ਖਾਸ ਤੌਰ ਤੇ ਮੈਂ ਭਾਰਤੀ ਜਨਤਾ ਪਾਰਟੀ ਨੂੰ ਕਹਿਣਾ ਚਾਹੁੰਦਾ, ਇਹਨਾਂ ਨੂੰ ਕੋਈ ਪੰਜਾਬ ਨਾਲ ਪਿਆਰ ਨਹੀਂ। ਇਹ ਜਿਹੜਾ ਇਹਨਾਂ ਨੇ ਹਿੰਦੂ ਸਿੱਖ ਦਾ ਵੀ ਏਕੇ ਦਾ ਨਾਰਾ ਦਿੱਤਾ ਹੋਇਆ, ਇਹ ਸਿਰਫ ਆਪਣੇ ਆਪ ਨੂੰ ਜਿਹੜਾ ਹੈਗਾ ਫੈਸਿਲਿਟੇਟ ਕਰਨ ਵਾਸਤੇ, ਪਾਵਰ ਦੇ ਵਿੱਚ ਰਹਿਣ ਵਾਸਤੇ ਦਿੱਤਾ ਹੋਇਆ। ਔਰ ਕੋਈ ਜਿਹੜੀ ਹੈਗੀ ਹੈ ਸਮਝਦਾ ਭਾਰਤੀ ਜਨਤਾ ਪਾਰਟੀ ਸਿੱਖਾਂ ਦੀ ਜਾਂ ਕਿਸੇ ਵੀ ਮਿਨੋਰਟੀ ਦੀ ਹਮਾਇਤੀ ਨਹੀਂ ਹੈਗੀ। ਹਮੇਸ਼ਾ ਨੇ ਇਹਨਾਂ ਨੇ ਉਲਟ ਹੀ ਕੰਮ ਕੀਤਾ। ਠੀਕ ਹੈ ਹਾਂਜੀ ਲੱਕੀ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ। ਲੱਕੀ ਸਾਹਿਬ ਮੇਰੀ ਬੇਨਤੀ ਸੁਣੋ, ਕੈਬਨਿਟ ਐਕਸਪੈਂਸ਼ਨ ਦੇ ਨਾਲ ਇਹਨੂੰ ਨਾ ਜੋੜ ਕੇ ਦੇਖੋ, ਜਿਹੜੀ ਗਵਰਨੈਂਸ ਹੈ that is not related with। ਲੱਕੀ ਸਾਹਿਬ ਆਪ ਜੀ ਦੀ ਗੱਲ ਬਿਲਕੁਲ ਠੀਕ ਹੈ, ਕੈਪਟਨ ਅਮਰਿੰਦਰ ਸਾਹਿਬ ਬਹੁਤ ਚੰਗਾ ਕੰਮ ਕਰ ਰਹੇ ਨੇ, ਪਰ ਸੁਨੀਲ ਜਾਖੜ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਹਾਜ਼ਰੀ 'ਚ ਜਿਹੜਾ ਹੈਗਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੇ ਕਿਹਾ ਕਿ ਜੇ ਪੁਲਿਸ ਮੈਨੂੰ ਦੇ ਦਿਓ ਤਾਂ ਮੈਂ 2 ਦਿਨਾਂ 'ਚ ਠੀਕ ਕਰ ਦੇਵਾਂ। ਉਹਨਾਂ ਦੀ ਹਾਜ਼ਰੀ 'ਚ ਬੋਲਿਆ ਕਿ ਪੰਜਾਬ ਦੇ ਅੰਦਰ ਸੈਡ ਮਾਫੀਆ ਕੰਮ ਕਰ ਰਿਹਾ ਹੈ ਔਰ ਸਰਕਾਰ ਉਹਨੂੰ ਕੰਟਰੋਲ ਨਹੀਂ ਕਰ ਰਹੀ ਹੈ। ਤੇ ਮਾਨ ਸਾਹਿਬ ਤੁਹਾਡੇ ਅਮਰਗੜ੍ਹ ਤੋਂ ਐਮਐਲਏ ਨੇ, ਐਮਐਲਏ ਸਾਹਿਬ ਨੇ ਕਿਹਾ ਪੰਜਾਬ 'ਚ ਨਸ਼ਾ ਵਿਕਦਾ ਪਿਆ। ਸੋ ਮੇਰੀ ਬੇਨਤੀ ਹੈ ਕਿ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਅਸੀਂ ਪ੍ਰਸ਼ਨ ਚੱਕ ਰਹੇ, ਉਹਨਾਂ ਦੇ ਆਪ ਦੇ ਕੈਬਨਿਟ ਦੇ ਵਜ਼ੀਰ ਔਰ ਐਮਐਲਏ ਚੱਕ ਰਹੇ ਨੇ। ਦੁੱਲੋ ਸਾਹਿਬ ਐਮਪੀ ਸਾਹਿਬ ਦੀ ਸਟੇਟ, ਗੱਲ ਤਾਂ ਸੁਣ ਲਓ ਵੀਰ ਜੀ, ਗੱਲ ਤਾਂ ਸੁਣ ਲਓ, ਗੱਲ ਤਾਂ ਸੁਣ ਲਓ ਵੀਰ ਜੀ, ਵੀਰ ਜੀ ਗੱਲ ਤਾਂ ਸੁਣ ਲਓ, ਲੱਕੀ ਜੀ ਗੱਲ ਤਾਂ ਸੁਣ ਲਓ, ਵੀਰ ਜੀ ਗੱਲ ਤਾਂ ਸੁਣੋ। ਦੁੱਲੋ ਸਾਹਿਬ ਐਮਪੀ ਸਾਹਿਬ ਦੀ ਸਟੇਟਮੈਂਟ ਵੀ ਹੁਣ ਆਈ ਹੈ, ਪ੍ਰਤਾਪ ਸਿੰਘ ਬਾਜਵਾ ਜੀ ਦੀ ਵੀ ਸਟੇਟਮੈਂਟ ਹੁਣ ਆਈ ਹੈ। ਇਹਨਾਂ ਸਾਰੀ ਸਟੇਟਮੈਂਟਾਂ ਵਿੱਚ ਕੋਈ ਛੁਪੀਆਂ ਨਹੀਂ ਹੈ, ਇਹ ਸਭ ਹੀ ਦੱਸਦੀ ਹੈ ਕੈਪਟਨ ਸਾਹਿਬ ਕਿੰਨਾ ਚੰਗਾ ਕੰਮ ਕਰਦੇ ਨੇ। ਤੁਹਾਨੂੰ ਲੱਗਦਾ ਬਹੁਤ ਚੰਗਾ, ਤੁਹਾਨੂੰ ਮੁਬਾਰਕ, ਸਾਨੂੰ ਕੋਈ ਟੈਨਸ਼ਨ ਨਹੀਂ ਹੈ। ਬਾਕੀ ਇਹ ਯਾਦ ਰੱਖੋ, ਜਦ ਤੋਂ ਸਾਡੀ ਕੇਂਦਰ ਸਰਕਾਰ ਬਣੀ ਹੈ 2014 ਤੋਂ ਲੈ ਕੇ ਹੁਣ ਤੱਕ ਹੀ 7 ਤੋਂ 21 ਸਟੇਟਸ 'ਚ ਆ ਗਏ ਨੇ, 14 ਸਟੇਟਸ ਸਾਡਾ ਵਾਧਾ ਹੋਇਆ ਹੈ। ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਬੇਨਤੀ ਤਾਂ ਸੁਣ ਲਓ ਵੀਰ ਜੀ, ਮੇਰੀ ਬੇਨਤੀ ਸੁਣ ਲਓ ਲੱਕੀ ਜੀ, ਮੇਰੀ ਬੇਨਤੀ ਤਾਂ ਸੁਣ ਲਓ ਨਾ ਵੀਰ ਜੀ, ਮੇਰੀ ਬੇਨਤੀ ਸੁਣੋ ਕਿ ਅਸੀਂ 14 ਸਟੇਟਾਂ 'ਚ ਵਧੇ ਹਾਂ, 7 ਤੋਂ 21 ਤੱਕ ਆ ਗਏ ਹਾਂ। ਭਾਵ ਇਹ ਕਿ ਜੋ ਅਸੀਂ ਕੇਂਦਰ 'ਚ ਕੰਮ ਕਰ ਰਹੇ ਹਾਂ ਲੋਕ ਉਹਨੂੰ ਪਸੰਦ ਕਰ, ਸਟੈਂਪ ਕਰ ਰਹੇ ਹਨ। ਤੁਸੀਂ ਕ੍ਰਿਟਿਸਾਈਜ਼ ਕਰਦੇ ਰਹੋ, ਹੋਰ ਪਾਰਟੀਆਂ ਵੀ। ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਬੇਨਤੀ ਤਾਂ ਸੁਣ ਲਓ, ਮੇਰੀ ਬੇਨਤੀ ਤਾਂ ਸੁਣ ਲਓ ਲੱਕੀ ਜੀ, ਮੇਰੀ ਬੇਨਤੀ ਸੁਣੋ, ਲੱਕੀ ਜੀ ਮੇਰੀ ਬੇਨਤੀ ਤਾਂ ਸੁਣੋ, ਲੱਕੀ ਜੀ ਮੇਰੀ ਬੇਨਤੀ ਤਾਂ ਸੁਣੋ। ਪੂਰੇ ਦੇਸ਼ ਦੇ ਅੰਦਰ ਸਟੈਂਪਿੰਗ ਹੋ ਰਹੀ ਹੈ ਸਾਡੀ ਪਾਲਿਸੀਜ਼ ਦੀ। ਅੱਜ ਮੋਦੀ ਜੀ ਦਾ ਜਿਹੜਾ ਭਾਸ਼ਣ ਸੀਗਾ ਤ੍ਰਿਪੁਰਾ ਔਰ ਨਾਗਾਲੈਂਡ ਦੇ ਸੰਦਰਭ 'ਚ, ਉਹਦੇ ਉੱਪਰ ਡਿਸਕਸ਼ਨ ਹੈ। ਇਸ ਕਰਕੇ ਪੂਰੇ ਦੇਸ਼ ਦੇ ਸਾਡੀ ਪਾਲਿਸੀਜ਼ ਨੂੰ ਸਟੈਂਪ ਕੀਤਾ ਜਾ ਰਿਹਾ ਹੈ। ਤੇ ਜੇ ਤੁਸੀਂ ਬੋਲਣਾ ਬੋਲਦੇ ਰਹੋ, ਅਸੀਂ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਰਾਜਸਥਾਨ ਔਰ ਮੱਧ ਪ੍ਰਦੇਸ਼ 'ਚ ਵੀ ਉਹ ਸਟੈਂਪਿੰਗ ਨਜ਼ਰ ਆਈ ਹੈ ਤੁਹਾਡੀ। ਪਾਜੀ ਉਹ ਬਾਈ ਇਲੈਕਸ਼ਨ ਸੀ, ਚਿੰਤਾ ਨਾ ਕਰੋ, ਥੋੜੇ ਦਿਨ ਰੁਕ ਜਾਓ, ਪੂਰੇ ਇਲੈਕਸ਼ਨ ਆ ਜਾਣਗੇ। ਦੇਖੋ ਹਰਪ੍ਰੀਤ ਜੀ, ਜਿਹੜੀ ਮੁੱਦੇ ਦੀ ਗੱਲ ਆ, ਜਿਹੜੀ ਜੋਸ਼ੀ ਸਾਹਿਬ ਗੱਲ ਕਰ ਰਹੇ ਨੇ, ਅੱਛਾ ਨਾਲ ਹੀ ਐਡ ਆਨ ਕਰ ਦਈਏ, ਜਿਹੜੇ ਕੈਬਨਿਟ ਦਾ ਵਿਸਥਾਰ ਨਹੀਂ ਹੋ ਪਾ ਰਿਹਾ, ਉਸ ਚੀਜ਼ ਨੂੰ ਵੀ ਇਹ ਨਾਲ ਜੋੜ ਕੇ ਦੇਖ ਰਹੇ ਨੇ ਕਿ ਆਪਸੀ ਇਕਸੁਰਤਾ ਨਾ ਹੋਣ ਦੇ ਕਰਕੇ ਕੈਬਨਿਟ ਦਾ ਵਿਸਥਾਰ ਨਹੀਂ ਹੋ ਰਿਹਾ। ਇਸੇ ਕਾਰਨ ਜਿਹੜਾ ਖਮਿਆਜ਼ਾ ਪੰਜਾਬ ਦੀ ਜਨਤਾ ਨੂੰ ਭੁਗਤਣਾ ਪਿਆ। ਬਿਲਕੁਲ ਉਹ ਗੱਲ ਤਾਂ ਹੈ ਕਿ ਕੈਬਨਿਟ ਦੇ ਕਿੰਨੀ ਵਾਰੀ ਰੀਸ਼ਫਲਿੰਗ ਹੋਣ ਦੀ ਗੱਲ ਚੱਲੀ ਆ। ਹੁਣ ਮੇਰੇ ਖਿਆਲ 'ਚ ਇਹ ਤਾਂ ਜਿਹੜਾ ਪੰਜਾਬ ਦਾ ਬਜਟ ਸੈਸ਼ਨ ਆਉਣਾ, ਉਸ ਤੋਂ ਬਾਅਦ ਪੰਚਾਇਤ ਇਲੈਕਸ਼ਨ ਆ ਜਾਣੀ ਆ ਤੇ ਰਾਹੁਲ ਗਾਂਧੀ ਵੀ ਇਟਲੀ ਚਲੇ ਗਏ। ਇਸ ਕਰਕੇ ਇਹ ਹਜੇ ਨੇੜੇ ਭਵਿੱਖ 'ਚ ਮੈਨੂੰ ਨਜ਼ਰ ਨਹੀਂ ਆਉਂਦੀ, ਕਿਉਂਕਿ ਜਿਹੜੀ ਲਿਸਟ ਕੈਪਟਨ ਅਮਰਿੰਦਰ ਸਿੰਘ ਬਣਾ ਕੇ ਭੇਜਦੇ ਨੇ ਉਹ ਰਾਹੁਲ ਗਾਂਧੀ ਨੂੰ ਸੂਟ ਨਹੀਂ ਕਰਦੀ। ਜਿਹੜੀ ਰਾਹੁਲ ਗਾਂਧੀ ਕਰਨਾ ਚਾਹੁੰਦੇ ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਰਹੇ। ਇਸ ਕਰਕੇ ਇਹ ਬਹੁਤ ਟੇਢਾ ਮਸਲਾ ਹੋਇਆ ਜਿਹੜਾ ਕੈਬਨਿਟ ਵਾਲਾ। ਜਿੱਥੇ ਤੱਕ ਜੋਸ਼ੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਕਿ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਵੱਧ ਰਹੇ ਹਾਂ, ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਸਮੱਸਿਆ, ਉਹਨਾਂ ਦੀ ਸਮੱਸਿਆ ਇਹ ਹੈ ਕਿ ਉਹ ਆਪਣੇ ਆਪ ਨੂੰ ਬਹੁਤ ਵੱਡਾ ਮਤਲਬ ਇੱਕ ਕੱਦ ਸ਼ੋਅ ਕਰਨਾ ਚਾਹੁੰਦੇ। ਨੋ ਡਾਊਟ ਉਹ ਪ੍ਰਧਾਨ ਮੰਤਰੀ ਨੇ, ਸਾਡੇ ਵੀ ਪ੍ਰਧਾਨ ਮੰਤਰੀ, ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਉਹਨਾਂ ਦਾ ਕੱਦ ਹੈਗਾ, ਉਹਨਾਂ ਦਾ ਕੱਦ ਬਣ ਚੁੱਕਿਆ, ਮਤਲਬ ਉਹ ਹਜੇ ਉਸ ਚੀਜ਼ ਤੋਂ ਬਾਹਰ ਉਹਨਾਂ ਨੂੰ ਨਿਕਲਣ ਦੀ ਲੋੜ ਹੈ। ਇਹ ਜਿਹੜੀ ਇਹਨਾਂ ਦੀ ਨੀਤੀ ਆ, ਇਹ ਕਦੇ ਤਾਂ ਕਾਂਗਰਸ ਨੂੰ ਕ੍ਰਿਟਿਸਾਈਜ਼ ਕਰਦੇ ਨੇ, ਪਰ ਦੂਜੇ ਪਾਸੇ ਵੱਲਭ ਭਾਈ ਪਟੇਲ ਦੀ ਤਾਰੀਫ ਵੀ ਕਰਦੇ ਨੇ। ਜਿਹੜਾ ਚੌਧਰੀ ਵਰਿੰਦਰ ਸੀ ਹਰਿਆਣਾ ਵਾਲਾ, ਉਹਨੂੰ ਇਹਨਾਂ ਨੇ ਕਾਂਗਰਸ ਸ਼ਾਮਲ ਕਰਾ ਕੇ ਮੈਂਬਰ ਪਾਰਲੀਮੈਂਟ ਬਣਾ ਲਿਆ। ਤੇ ਜਿਹੜੇ ਹੈਗੇ ਸੀ ਮੁਕੁਲ ਰਾਏ ਤ੍ਰਿਣਮੂਲ ਕਾਂਗਰਸ ਦੇ, ਉਹਨਾਂ ਤੇ ਇਹ ਕਰਪਸ਼ਨ ਦੇ ਇਲਜ਼ਾਮ ਲਾਉਂਦੇ ਸੀ, ਉਹਨਾਂ ਨੂੰ ਵੀ ਇਹਨਾਂ ਨੇ ਕਾਂਗਰਸ ਜੁਆਇਨ ਕਰਾ ਲਈ। ਗੁਜਰਾਤ ਦੇ ਵਿੱਚ ਇਹਨਾਂ ਨੇ ਗੁਜਰਾਤ ਦੇ ਵਿੱਚ ਇਹਨਾਂ ਦੀ ਮੋਡਸ ਆਪਰੈਂਡੀ ਦੱਸ ਰਿਹਾ ਮੈਂ। ਗੁਜਰਾਤ ਦੇ ਵਿੱਚ ਇਹਨਾਂ ਨੇ ਹਾਰਸ ਟ੍ਰੇਡਿੰਗ ਕੀਤੀ, ਨਹੀਂ ਸਰ ਇੱਕ ਮਿੰਟ ਜੀ, ਗੁਜਰਾਤ ਦੇ ਵਿੱਚ ਹਾਰਸ ਟ੍ਰੇਡਿੰਗ ਕੀਤੀ ਇਹਨਾਂ ਨੇ, ਯੂਪੀ ਦੇ ਵਿੱਚ ਹਾਰਸ ਟ੍ਰੇਡਿੰਗ ਕੀਤੀ ਇਹਨਾਂ ਨੇ, ਤ੍ਰਿਪੁਰਾ ਦੇ ਵਿੱਚ ਕੀਤੀ ਇਹਨਾਂ ਨੇ, ਪੰਜਾਬ ਦੇ ਵਿੱਚ ਸਾਂਪਲਾ ਸਾਹਿਬ ਦਾ ਬਿਆਨ ਆ ਗਿਆ ਕਿ ਕਾਂਗਰਸ ਦੇ 11-12 ਐਮਐਲਏ ਜਿਹੜੇ ਮੇਰੇ ਟੱਚ 'ਚ ਨੇ। ਇਸ ਕਰਕੇ ਜਿਹੜੀ ਇਹ ਕਿਸ ਤਰੀਕੇ ਨਾਲ ਭਾਜਪਾ ਅੱਗੇ ਵਧ ਰਹੀ ਹੈ, ਇਹ ਪੂਰਾ ਦੇਸ਼ ਜਾਣਦਾ। ਤੇ
बाय क्रुक हासिल करना चाहते हैं। त्रिपुरा च केड़ी हाउस ट्रेडिंग हुई है महाराज, त्रिपुरा च क्लियर कट मैंडेट मिले है, बताया सारे मैं ज्ञान बताओ त्रिपुरा च की होया प्रोफेसर साहब ज्ञान एक कल्ला प्रधानमंत्री ਨੂੰ ਗਿਆਨ ਨਹੀਂ ਹੈ, ਸਾਰੀ ਦੁਨੀਆ ਨੂੰ ਗਿਆਨ ਹੈ। त्रिपुरा च की हाउस ट्रेडिंग हुई है, लोगों दी वोटां हाउस ट्रेडिंग मनजीत जी कह रहे हैं, मनजीत जी मुद्दे यार 12 ਭਾਰਤੀਆਂ ਲੋਕਾਂ ਦੀ ਵੋਟਾਂ ਬਾਕੀ ਜਗ੍ਹਾ ਹੋਈ ਹੈ, ਮਤਲਬ ਲੋਕਾਂ ਦੀ ਵੋਟਾਂ ਤੁਸੀਂ ਹਾਰਸ ਟ੍ਰੇਡਿੰਗ ਬਣਾਤੀ, ਇਹਦਾ ਮਤਲਬ ਬਾਕੀ ਜਗ੍ਹਾ ਹੋਈ ਹੈ, ਇਹਦਾ ਮਤਲਬ ਬਾਕੀ ਜਗ੍ਹਾ ਹੋਈ ਹੈ। ਮੈਂ ਇਹ ਕਹਿਣਾ ਦੇਖੋ ਇਹ ਮਸ਼ਹੂਰ ਆ ਕਿ ਜਿਹੜੀ ਬੀਜੇਪੀ ਹੈ ਵਪਾਰੀਆਂ ਦੀ ਜਿਹੜੀ ਪਾਰਟੀ ਹੈ, ਪਹਿਲਾ ਮਤਲਬ ਹੁਣ ਤੇ ਚਲੋ ਕਈ ਕੁਛ ਉਹਦੇ ਚ ਆ ਗਿਆ ਤੇ ਉਹ ਰਾਜਨੀਤੀ ਚ ਵੀ ਵਪਾਰ ਹੀ ਕਰਦੇ ਆ ਤੇ ਖੁੱਲ ਕੇ ਕਰਦੇ ਆ, ਕਿਸੇ ਉਹ ਰੱਖ ਰਖਾਜ ਨਹੀਂ ਕਰਦੇ। ਜੇ ਕੋਈ ਖਰੀਦੋ ਫਰੋਖਤ ਕਰਦੇ ਆ ਤੇ ਹਾਰਸ ਟ੍ਰੇਡਿੰਗ ਕਰਦੇ ਆ ਤੇ ਮਾਣ ਨਾਲ ਕਰਦੇ ਆ, ਉਹਨਾਂ ਨੂੰ ਕੋਈ ਦਿੱਕਤ ਨਹੀਂ, ਕੋਈ ਰਿਜ਼ਰਵੇਸ਼ਨ ਨਹੀਂ ਹੈ। ਜਿਸ ਤਰ੍ਹਾਂ ਬਾਕੀ ਦਾ ਵਪਾਰ ਹੈ ਇਹ ਵੀ ਉਹਨਾਂ ਲਈ ਵਪਾਰ ਹੈਗਾ। ਰਹੀ ਕੈਬਨਿਟ ਦੀ ਗੱਲ, ਇਹ ਜਿਹੜੀ ਤੁਸੀਂ ਹਰਪ੍ਰੀਤ ਜੀ ਚਿੰਤਾ ਕਰ ਰਹੇ ਨੇ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਆ ਕਿ ਕੈਬਨਿਟ ਐਕਸਪੈਂਸ਼ਨ ਹੋਣਾ ਚਾਹੀਦਾ ਸੀ ਤੇ ਜੱਗ ਜਾ ਰਿਹਾ ਕਿ ਕਿਉਂਕਿ ਅੰਦਰੂਨੀ ਧੜੇਬੰਦੀ ਬੜੀ ਆ ਤੇ ਕੈਪਟਨ ਸਾਹਿਬ ਆਪਣਾ ਜਿਹੜਾ ਕੰਟਰੋਲ ਰੱਖਣਾ ਚਾਹੁੰਦੇ, ਹਰ ਲੀਡਰ ਆਪਣਾ ਕੰਟਰੋਲ ਰੱਖਣਾ ਚਾਹੁੰਦਾ, ਉਸ ਕਰਕੇ ਬਾਰ-ਬਾਰ ਜਿਹੜੀ ਐਕਸਪੈਂਸ਼ਨ ਨਹੀਂ ਹੋ ਰਹੀ। ਇਹਦੇ ਚ ਮਤਲਬ ਉਹ ਕਿਉਂਕਿ ਤੁਹਾਨੂੰ ਪਤਾ ਧੜੇਬੰਦੀ ਕਰਕੇ ਆ, ਮੁੱਖ ਕਾਰਨ ਇਹ ਆ। ਪਰ ਮੈਂ ਇੱਕ ਹੋਰ ਪੁਆਇੰਟ ਇੱਥੇ ਰੇਜ਼ ਕਰਨਾ ਚਾਹੁੰਦਾ, ਉਹ ਪੁਆਇੰਟ ਇਹ ਆ ਕਿ ਪਾਰਟੀਆਂ 'ਚ ਭਰੋਸਾ ਹੀ ਨਹੀਂ ਕਿਸੇ ਨੂੰ, ਅੰਦਰੂਨੀ ਲੜਾਈਆਂ ਇੰਨੀਆਂ। ਜਦੋਂ ਤੁਸੀਂ ਖਰੀਦ ਕੇ ਹਾਰਸ ਟ੍ਰੇਡਿੰਗ ਕਰਕੇ ਇਧਰੋਂ ਪਾਲਾ ਉਧਰੋਂ ਪਾਲਾ ਇਹਨੂੰ ਕੱਢ ਦੇ, ਉਹੋ ਕਰਕੇ ਹੀ ਪਾਰਟੀ ਗੰਢ ਧੁੱਪ ਦੀ ਪਾਰਟੀ ਬਣਾਉਣੀ ਆ ਤੇ ਭਰੋਸਾ ਬਣੂਗਾ ਕਿਵੇਂ? ਪਹਿਲਾਂ ਪਾਰਟੀਆਂ ਸੀ, ਪਾਰਟੀਆਂ ਲੋਕਾਂ ਲਈ ਲੜਦੀਆਂ ਸੀ, ਸੰਘਰਸ਼ਾਂ 'ਚੋਂ ਨਿਕਲਦੀਆਂ ਸੀ, ਜੇਲ੍ਹਾਂ 'ਚ ਜਾਂਦੀਆਂ ਸੀ। ਅਕਾਲੀ ਦਲ ਦਾ ਵੀ ਬੜਾ ਪੁਰਾਣਾ ਇਹੋ ਜਿਹਾ ਇਤਿਹਾਸ ਹੈਗਾ, ਆਪਾਂ ਜਾਣਦੇ ਸਾਰੇ। ਤੇ ਫਿਰ ਉਹ ਕਾਡਰ ਦੀ ਰਿਸਪੈਕਟ ਹੁੰਦੀ ਸੀ ਤੇ ਉਹਦੇ 'ਚੋਂ ਛਣ ਕੇ ਉੱਪਰ ਪਾਰਟੀ ਬਣਦੀ ਸੀ। ਹੁਣ ਤੇ ਪਾਰਟੀ ਇੰਜ ਬਣਦੀ ਨਹੀਂ, ਪਾਰਟੀ ਉੱਪਰੋਂ ਉੱਪਰ ਹੀ ਹਾਰਸ ਟ੍ਰੇਡਿੰਗ ਹੋ ਕੇ ਬਣਦੀ ਹੈ ਤੇ ਭਰੋਸਾ ਕਿਵੇਂ ਬਣੂਗਾ? ਇਸ ਕਰਕੇ ਦੇਣ ਲੈਣ ਦੀਆਂ ਜਿਹੜੀਆਂ ਪਾਰਟੀਆਂ ਗੰਢ ਧੁੱਪ ਦੀਆਂ ਪਾਰਟੀਆਂ ਬਣ ਗਈਆਂ, ਉਹਦੇ ਕਰਕੇ ਜਿਹੜੀ ਅੰਦਰੂਨੀ ਜਮਹੂਰੀਅਤ ਤੇ ਵਰਕਰ ਦੀ ਇੱਜ਼ਤ, ਇੱਕ ਤੇ ਜਮਹੂਰੀਅਤ ਖਤਮ ਹੋ ਗਈ ਪਾਰਟੀਆਂ ਅੰਦਰ ਔਰ ਦੂਸਰੀ ਵਰਕਰ ਦੀ ਕੋਈ ਇੱਜ਼ਤ ਕਿਸੇ ਪਾਰਟੀ ਦੇ ਵਿੱਚ ਨਹੀਂ ਇਸ ਵੇਲੇ ਰਹੀ। ਉਹਨਾਂ ਨੂੰ ਇਹ ਕਿ ਉੱਪਰ ਹੀ ਲੈ ਲਓ, 4 ਇੱਧਰ ਦੇ ਦਿਓ, 4 ਉੱਧਰ ਕਰ ਲਓ। ਇਸ ਕਰਕੇ ਜਿਹੜੀ ਕੈਬਨਿਟ 'ਚ ਨਾ ਬਾਰ-ਬਾਰ ਐਕਸਪੈਂਸ਼ਨ ਹੋਣੀ, ਪਾਰਟੀਆਂ ਅੰਦਰ ਜਿਹੜੀ ਇੰਨਾ ਖੋਰਾ ਲੱਗ ਗਿਆ ਔਰ ਪਾਰਟੀਆਂ ਵਿਚਾਰਧਾਰਾ ਵਿਹੂਣੀਆਂ ਹੋ ਗਈਆਂ ਉਹਦੇ ਕਰਕੇ, ਕਿਉਂਕਿ ਵਿਚਾਰਾਂ ਦੀ ਤੇ ਗੱਲ ਰਹੀ ਨਹੀਂ। ਹੁਣ ਤੇ ਗੱਲ ਰਹੀ ਸੱਤਾ 'ਚ ਕਿਵੇਂ ਹੋਣਾ, ਇੱਕੋ ਹੀ ਵਿਚਾਰ ਹੈਗਾ ਤੇ ਉਹਦੇ ਲਈ ਜੋ ਵੀ ਜਗਾੜਬਾਜੀ ਹੁੰਦੀ ਹੈ, ਇਸ ਵੇਲੇ ਜਗਾੜਬਾਜੀ ਚੱਲ ਰਹੀ ਆ ਬੀਜੇਪੀ ਦੀ, ਬਾਅਦ ਵਿੱਚ ਦੇਖੋ ਕਿਹਦੀ ਚੱਲਦੀ ਹੈ। ਠੀਕ ਹੈ, ਇੱਕ ਸਵਾਲ ਲੱਕੀ ਸਾਹਿਬ, ਉਹ ਸਵਾਲ ਹਲੇ ਵੀ ਤੁਸੀਂ ਸਪਸ਼ਟ ਨਹੀਂ ਕਰ ਪਾਏ। ਜਿਹੜੀ ਗੱਲ ਵਿਨੀਤ ਜੋਸ਼ੀ ਹੋਰਾਂ ਨੇ ਵੀ ਕਹੀ ਹੈ, ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਵੀ ਕਹੀ ਹੈ ਕਿ ਜਦੋਂ ਕੈਬਨਿਟ ਦੀ ਐਕਸਪੈਂਸ਼ਨ ਦੀ ਗੱਲ ਆਉਂਦੀ ਹੈ, ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ, ਪਿਛਲੇ 7-8 ਮਹੀਨੇ ਤੋਂ ਹੀ ਚੱਲ ਰਹੀ ਹੈ ਕਿ ਹੁਣ ਹੋਏਗਾ ਵਿਸਥਾਰ, ਹੁਣ ਹੋਏਗਾ ਵਿਸਥਾਰ। ਜਦੋਂ ਅਜਿਹਾ ਵਿਸਥਾਰ ਨਹੀਂ ਹੋ ਪਾਉਂਦਾ, ਇਹ ਗੱਲ ਕੀਤੀ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਜਿਹੜੀ ਲਿਸਟ ਫਾਈਨਲ ਕਰਕੇ ਜਾਂਦੇ ਨੇ ਉਸ ਤੇ ਇਤਰਾਜ਼ ਰਾਹੁਲ ਗਾਂਧੀ ਕਰਦੇ ਨੇ। ਜਿਹੜੇ ਰਾਹੁਲ ਗਾਂਧੀ ਨੂੰ ਬੰਦੇ ਚਾਹੀਦੇ ਨੇ ਉਹ ਕੈਪਟਨ ਅਮਰਿੰਦਰ ਨਹੀਂ ਲੱਗਣ ਦਿੰਦੇ। ਇਸੇ ਕਰਕੇ ਕੈਬਨਿਟ ਨਹੀਂ ਵੱਧ ਰਹੀ ਔਰ ਇਸੇ ਕਰਕੇ ਇਸ ਤਰ੍ਹਾਂ ਦੇ ਟਵੀਟ ਆਉਂਦੇ ਨੇ ਪ੍ਰਧਾਨ ਮੰਤਰੀ ਨੇ ਜਿਹੜੇ ਟਵੀਟ ਕੀਤੇ ਨੇ। ਨਹੀਂ, ਇਹ ਐਦਾਂ ਹੈ, ਇਹ ਸਿਰਫ ਸਪੈਕੂਲੇਸ਼ਨ ਹੈ। ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਔਰ ਸ਼ੱਕ ਨਹੀਂ ਕਿ ਬਹੁਤ ਕਾਬਲ ਬੰਦੇ ਨੇ, 4-4 ਵਾਰ ਦੇ ਐਮਐਲਏ ਬਣੇ ਹੋਏ ਨੇ, 3-3 ਵਾਰ ਦੇ, ਔਰ ਕਾਂਗਰਸ ਨੂੰ ਬਹੁਤ ਵੱਡੀ ਮੈਜੋਰਿਟੀ ਮਿਲੀ ਹੋਈ ਹੈ ਔਰ 77 ਦੇ ਕਰੀਬ 77 ਦੇ ਕਰੀਬ ਸੀਟਾਂ ਮਿਲਣ ਦੇ ਕਾਰਨ ਉਸ ਤੋਂ ਵਿੱਚੋਂ ਚੁਣਨਾ ਬੜਾ ਮੁਸ਼ਕਲ ਹੁੰਦਾ। ਪਰ ਮੈਂ ਇਹ ਵੀ ਸਮਝਦਾ ਕਿ ਬਹੁਤ ਕਾਬਲ ਹੈ ਔਰ ਜਿਸ ਦਿਨ ਕੈਪਟਨ ਸਾਹਿਬ ਤੇ ਰਾਹੁਲ ਗਾਂਧੀ ਜੀ ਬੈਠ ਕੇ ਫੈਸਲਾ ਕਰਨਗੇ ਔਰ ਮੈਂ ਸਮਝਦਾ ਕਿ ਬਹੁਤ ਜਲਦੀ ਉਹ ਫੈਸਲਾ ਕਰਨਗੇ ਤੇ ਇਹ ਕੈਬਨਿਟ ਦੀ ਐਕਸਪੈਂਸ਼ਨ ਹੋ ਜਾਏਗੀ। ਇਹ ਬਾਕੀ ਸਾਰੀ ਗੱਲਾਂ ਸਪੈਕੂਲੇਸ਼ਨ ਹੈ ਕਿ ਰਾਹੁਲ ਗਾਂਧੀ ਨੂੰ ਜਿਹੜੀ ਲਿਸਟ ਲੈ ਕੇ ਜਾਂਦੇ ਆ, ਇਹ ਕਿੰਨੇ ਦੇਖਿਆ? ਇਹ ਅਕਾਲੀ ਦਲ ਵਾਲੇ ਕਹਿ ਰਹੇ ਨੇ ਜਾਂ ਬੀਜੇਪੀ ਵਾਲੇ ਕਹਿ ਰਹੇ ਨੇ ਜਾਂ ਹੋਰ ਸਾਥੀ ਕਹਿ ਰਹੇ ਨੇ? ਇਹਨਾਂ ਨੇ ਇਹ ਗੱਲ ਦੇਖੀ ਹੈ? ਇਹਨਾਂ ਨੂੰ ਕੀ ਪਤਾ ਕਿ ਰਾਹੁਲ ਗਾਂਧੀ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਕੀ ਗੱਲ ਹੁੰਦੀ ਹੈ? ਇਹ ਸਿਰਫ ਸਪੈਕੂਲੇਸ਼ਨਸ ਨੇ। ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਮੈਂ ਉਹੀ ਕਰਨਾ, ਚਲੋ ਇਹਨਾਂ ਦੀ ਸਪੈਕੂਲੇਸ਼ਨ ਨੂੰ ਆਪਾਂ ਗਲਤ ਮੰਨ ਲੈਂਦੇ ਆ। ਤੁਸੀਂ ਦੱਸ ਦਿਓ ਕਿ ਕੀ ਵਜ੍ਹਾ ਕੈਬਨਿਟ ਕਿਉਂ ਨਹੀਂ ਵਿਸਤਾਰ ਹੋ ਰਿਹਾ? ਤੁਸੀਂ ਕਾਰਨ ਦੱਸ ਦਿਓ ਕਿ ਕੈਬਨਿਟ ਵਿਸਤਾਰ ਕਿਉਂ ਨਹੀਂ ਹੋ ਰਿਹਾ? ਉਹਨਾਂ ਨੂੰ ਮੌਕਾ ਮਿਲੇਗਾ। ਨਹੀਂ, ਮੈਂ ਇੱਕ ਕੁਐਸਚਨ ਲੱਕੀ ਜੀ ਨੂੰ ਕਰਦਾ ਹਾਂ ਵੀ ਦੇਸ਼ ਦੇ ਵਿੱਚ 27 ਹੋਰ ਵੀ ਸਰਕਾਰਾਂ ਨੇ, ਉਹਨਾਂ 'ਚ ਕਾਬਲ ਬੰਦੇ ਨਹੀਂ, ਇਸ ਕਰਕੇ ਉਹਨਾਂ ਦੀਆਂ ਕੈਬਨਿਟ ਪੂਰੀਆਂ ਬਣ ਗਈਆਂ। ਸਾਡੇ ਇੰਨੇ ਕਾਬਲ ਬੰਦੇ ਆ ਗਏ ਕਿ ਇਹ ਨਹੀਂ ਬਣ ਰਹੀ। ਜਿਹੜੀਆਂ ਬਾਕੀ 27 ਸਟੇਟਾਂ ਚੱਲ ਰਹੀਆਂ ਉਹਨਾਂ ਦੀਆਂ ਕੈਬਨਿਟ ਬਣੀਆਂ ਹੋਈਆਂ ਕਿ ਉਹਨਾਂ 'ਚ ਕਾਬਲ ਬੰਦੇ ਨਹੀਂ ਹੈਗੇ। ਲੱਕੀ ਜੀ ਕਿਸੇ ਪੰਡਤ ਨੂੰ ਦਿਖਾ ਲਓ ਵੀ ਕਿਹੜੇ ਚੰਗੇ ਬੰਦੇ ਆ, ਕਿਹੜੀ ਲੈਣ। ਇਹ ਕਿਹੜਾ ਲੌਜਿਕ ਹੈ ਵੀ ਕਾਬਲ ਬੰਦੇ ਜ਼ਿਆਦਾ ਹੈਗੇ ਆ ਇਸ ਕਰਕੇ ਕੈਬਨਿਟ ਨਹੀਂ ਬਣ ਪਾਈ? ਇਹਨਾਂ ਨੇ ਚਰਨਜੀਤ ਚੰਨੀ ਨੇ ਦਿਖਾਇਆ ਜੋਸ਼ੀ ਨੂੰ ਹੱਥ। ਬਾਅਦ ਕਿੰਨੀਆਂ ਸਟੇਟਾਂ ਦੀਆਂ ਇਲੈਕਸ਼ਨਾਂ ਹੋ ਗਈਆਂ ਬੀਜੇਪੀ ਦੀਆਂ? ਜੇ ਬੀਜੇਪੀ ਅੱਗੇ ਜਾ ਰਹੀ ਹੈ ਤੇ ਉਹਦਾ ਕੋਈ ਕਾਰਨ ਵੀ ਹੈ ਨਾ, ਕਿਉਂਕਿ ਉਹਨਾਂ ਦੇ ਵਿੱਚ ਡਿਸਿਪਲਿਨ ਕਰਕੇ ਨਹੀਂ ਬਣ ਪਾ ਰਹੀ। ਉਹਨਾਂ ਦੀਆਂ ਸਾਰੀਆਂ ਕੈਬਨਿਟ ਕੰਪਲੀਟ ਹੋ ਗਈਆਂ ਤੇ ਸਾਡੀ ਹਾਲੇ ਕੈਬਨਿਟ ਨਹੀਂ ਕੰਪਲੀਟ ਹੋਈ। ਤੇ ਜੇ ਉਹਦੇ ਤੇ ਤੁਸੀਂ ਇਤਰਾਜ਼ ਕਰਦੇ ਹੋ ਕਿ ਕੈਬਨਿਟ ਕਿਉਂ ਨਹੀਂ ਕੰਪਲੀਟ ਹੋਈ ਤੇ ਤੁਸੀਂ ਕਹਿੰਦੇ ਜੀ ਇਹਦੇ ਨਾਲ ਕੀ ਫਰਕ ਪੈਂਦਾ, ਫਿਰ ਤੁਸੀਂ ਇਲੈਕਸ਼ਨ ਕਾਹਦੇ ਵਾਸਤੇ ਲੜਦੇ ਹੋ? ਜੇ ਰਾਸ਼ਟਰਪਤੀ ਰਾਜ ਹੀ ਲਾਗੂ ਕਰਨਾ, ਅਫਸਰਾਂ ਦਾ ਰਾਜ ਹੀ ਸੂਬੇ ਦੇ ਵਿੱਚ ਲਾਗੂ ਕਰਨਾ,
ਤੇ ਫਿਰ ਡੈਮੋਕ੍ਰੇਸੀ ਦੀ ਕੀ ਲੋੜ ਹੈ? ਮੁੱਖ ਮੁੱਦਾ ਇਹ ਹੁੰਦਾ ਜੇ ਆਪਣੀ ਮਰਜ਼ੀ ਦੇ ਕੋਠਰੀ ਚੱਕ ਕੇ ਲਿਆ ਕੇ ਉਹਨਾਂ ਨੂੰ ਲਾ ਕੇ ਨਿਯੁਕਤੀ ਐਡਵਾਈਜ਼ਰ ਤੇ ਓਐਸਡੀ ਉਹਨਾਂ ਨਾਲ ਹੀ ਸਰਕਾਰ ਚੁਣਨੀ ਹੈ, ਤੇ ਫਿਰ ਜਿਹੜੇ ਇਲੈਕਟਡ ਐਮਐਲਏ ਹੈ ਇਹਨਾਂ ਦਾ ਕੀ ਫਾਇਦਾ? ਲੋਕ ਪਰੇਸ਼ਾਨ ਨਹੀਂ ਹੋ ਰਹੇ, ਛੋਟੀ ਛੋਟੀ ਗੱਲਾਂ ਦੇ ਵਿੱਚ ਉਹਨਾਂ ਨੂੰ ਤੰਗ ਨਹੀਂ ਹੋਣਾ ਪੈ ਰਿਹਾ, ਚੰਗਾ ਪ੍ਰਸ਼ਾਸਨ ਦਿੱਤਾ ਜਾ ਰਿਹਾ, ਵਧੀਆ ਸਰਕਾਰ ਚੱਲ ਰਹੀ ਹੈ। ਇਹਦਾ ਮਤਲਬ ਹੈ ਕਿ ਜਿਹੜੇ ਬਾਕੀ ਆਉਣਗੇ ਉਹ ਚੰਗਾ ਪ੍ਰਸ਼ਾਸਨ ਦੀ ਉਹਨਾਂ ਤੋਂ ਤੁਸੀਂ ਆਸ ਨਹੀਂ ਰੱਖਦੇ। ਜਿਆਦਾ ਕਲੀਅਰ ਕਹੋ ਕਿ ਜਿਹੜੇ ਹੁਣ ਬਾਕੀ ਬਚੇ ਆ ਇਹਨਾਂ 'ਚ ਇੱਕ ਵੀ ਕਾਬਲ ਨਹੀਂ ਹੈ, ਇਸ ਕਰਕੇ ਅਸੀਂ ਇਹਨਾਂ ਤੇ ਇਤਬਾਰ ਨਹੀਂ ਕਰ ਸਕਦੇ। ਇਹਨਾਂ 'ਚ ਕੋਈ ਇਮਾਨਦਾਰ ਨਹੀਂ ਹੈ, ਇਸ ਕਰਕੇ ਅਸੀਂ ਇਹਨਾਂ ਤੇ ਇਤਬਾਰ ਨਹੀਂ ਕਰ ਸਕਦੇ। ਕੋਈ ਗੱਲ ਤਾਂ ਲੋਕਾਂ ਨੂੰ ਦੱਸੋ ਕਿ ਸਾਲ ਹੋ ਗਿਆ ਕਿ ਸਾਲ ਦੇ ਵਿੱਚ ਕਿਉਂ ਨਹੀਂ ਬਣ ਪਾ ਰਹੀ? ਨਹੀਂ ਲੱਕੀ ਸਾਹਿਬ ਫਿਰ ਇਹ ਕਹਿ ਦਿਓਗੇ ਕੈਬਨਿਟ ਰੀਸ਼ਫਲਿੰਗ ਦੀ ਲੋੜ ਹੀ ਕੋਈ ਨਹੀਂ, ਇਹ ਬਿਆਨ ਦੇ ਦਿਓ ਨਾ ਕਿ ਅਸੀਂ ਨਹੀਂ ਐਕਸਪੈਂਸ਼ਨ ਕਰਦੇ, ਕੋਈ ਲੋੜ ਨਹੀਂ ਹੈ, ਸੂਬੇ ਦੇ ਵਿੱਚ ਸਾਰਾ ਕੁਝ ਠੀਕ ਠਾਕ ਚੱਲ ਰਿਹਾ, ਇਹ ਸਟੇਟਮੈਂਟ ਜਾਰੀ ਕਰ ਦਿਓ ਇੱਕ। ਨਹੀਂ ਆਪਣੀ ਪਾਲਿਸੀ ਕਲੀਅਰ ਕਰੋ ਕਿ ਅਸੀਂ 8 ਹੀ ਬਣਾਉਣੇ ਆ ਤਾਂ ਜੋ ਜਨਤਾ ਨੂੰ ਕਲੀਅਰ ਹੋਵੇ। ਤੁਸੀਂ ਆਪਣਾ ਕਹੋ ਕਿ ਅਸੀਂ ਜਿਹੜੀ 8 ਕੈਬਨਿਟ ਦੇ ਨਾਲ ਹੀ ਚਲਾਉਣੀ ਆ, ਲੱਕੀ ਜੀ ਕਲੀਅਰ ਕਰੋ। ਜਿਹੜੇ ਬਾਕੀ ਐਮਐਲਏ ਤੁਹਾਡਾ ਰਹਿਣਾ ਚਾਹੁੰਦੇ ਰਹਿਣ, ਨਹੀਂ ਰਹਿਣਾ ਚਾਹੁੰਦੇ ਨਾ। ਇਹ ਚੀਫ ਮਿਨਿਸਟਰ ਦਾ ਪ੍ਰੈਰੋਗੇਟਿਵ ਹੈ, ਚੀਫ ਮਿਨਿਸਟਰ ਨੇ ਕਿੰਨੇ ਮਿਨਿਸਟਰ ਬਣਾਣੇ ਆ। ਤੁਸੀਂ ਪਾਰਟੀ ਦੇ ਸਪੋਕਸਮੈਨ ਹੋ, ਅਸੀਂ ਤੁਹਾਡੇ ਤੋਂ ਤਾਂ ਪੁੱਛਦੇ ਆ। ਲੱਕੀ ਜੇ ਤੁਹਾਡਾ ਚੀਫ ਮਿਨਿਸਟਰ ਨਾਲ ਕੋਈ ਸੰਬੰਧ ਨਹੀਂ ਹੈ ਤਾਂ ਤੁਸੀਂ ਦੱਸ ਦਿਓ। ਲੱਕੀ ਜੀ ਮੰਨ ਗਿਆ ਪ੍ਰੈਰੋਗੇਟਿਵ ਮੁੱਖ ਮੰਤਰੀ ਸਾਹਿਬ ਦਾ ਪ੍ਰੈਰੋਗੇਟਿਵ ਹੈ। ਕਿਉਂ ਤਕਲੀਫ ਹੋਈ ਹੈ ਕਿ ਸਾਡੀ ਕੈਬਨਿਟ ਦੀ ਐਕਸਪੈਂਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ? ਆ ਦੱਸਦੇ ਲੱਕੀ ਜੀ ਗੱਲ ਹੈ ਕਿ ਅਸੀਂ ਉਹਨਾਂ ਦਾ ਸਵਾਲ ਲੱਕੀ ਜੀ ਦਾ ਹੈ ਕਿ ਅਕਾਲੀ ਦਲ ਔਰ ਬੀਜੇਪੀ ਜਾਂ ਆਮ ਆਦਮੀ ਪਾਰਟੀ ਨੂੰ ਤਕਲੀਫ ਕੀ ਹੈ? ਐਕਸਪੈਂਸ਼ਨ ਕਰਨੀ ਹੈ, ਉਹਨਾਂ ਦਾ ਪ੍ਰੈਰੋਗੇਟਿਵ ਹੈ, ਉਹ ਕਰਨ ਨਾ ਕਰਨ। ਤਕਲੀਫ ਨਹੀਂ ਹੈ ਜਦ ਕਾਂਗਰਸ ਦੇ ਐਮਐਲਏਸ ਕਹਿਣ ਸਾਡੇ ਕੰਮ ਨਹੀਂ ਹੁੰਦੇ, ਕਾਂਗਰਸ ਦੇ ਐਮਐਲਏ ਸੀਐਮ ਸਾਹਿਬ ਔਰ ਜਾਖੜ ਦੀ ਹਾਜ਼ਰੀ 'ਚ ਕਹਿਣ ਕਿ ਸਾਡੇ ਨਾਲ ਗਲਤ ਹੋ ਰਿਹਾ ਤੇ ਉਹ ਲੋਕਾਂ ਦੇ ਚੁਣੇ ਹੋਏ ਲੋਕ ਹੈ, ਉਹ ਲੋਕਾਂ ਦੇ ਕੰਮ ਲੈ ਕੇ ਜਾਂਦੇ ਨੇ। ਜਦ ਉਹ ਨਹੀਂ ਹੁੰਦੇ, ਭਾਵ ਇਹ ਹੈ ਕਿ 43 ਮਹਿਕਮੇ ਮੁੱਖ ਮੰਤਰੀ ਸਾਹਿਬ ਕੋਲ ਨੇ ਔਰ 43 ਮਹਿਕਮਿਆਂ ਦੀ ਮੀਟਿੰਗ ਕਰਨਾ, ਉਹਨਾਂ ਫਾਈਲ ਨਿਬੇੜਨਾ ਆਪਣੇ ਆਪ 'ਚ ਬਹੁਤ ਵੱਡਾ ਕੰਮ ਹੁੰਦਾ ਹੈ। ਇਸ ਕਰਕੇ ਲੋਕਾਂ ਦੀ ਬਿਹਤਰ ਸੇਵਾ ਵਾਸਤੇ ਜਿਹੜਾ ਹੈਗਾ ਹੈ ਮਿਨਿਸਟਰਸ ਨੂੰ ਕੰਮ ਵੰਡਿਆ ਜਾਂਦਾ, ਤਾਂ ਹੀ ਇਹ ਸਿਸਟਮ ਬਣਿਆ ਹੋਇਆ। ਔਰ ਹੁਣ ਤੁਹਾਡੇ ਉੱਪਰ ਪ੍ਰਸ਼ਨ ਚਿੰਨ੍ਹ ਤਾਂ ਤੁਹਾਡੇ ਆਪ ਦੇ ਐਮਐਲਏ ਔਰ ਐਮਪੀ ਚੱਕ ਰਹੇ ਆ, ਅਸੀਂ ਤਾਂ ਬੋਲ ਹੀ ਨਹੀਂ ਰਹੇ, ਅਸੀਂ ਤੇ ਉਹਨਾਂ ਦੀ ਗੱਲ ਤੁਹਾਡੇ ਅੱਗੇ ਰੱਖ ਰਹੇ ਹਾਂ। ਲੱਕੀ ਜੀ ਤਕਲੀਫ ਇਹ ਹੈ ਕਿ ਸੀਐਮ ਸਾਹਿਬ ਕੋਲ 43 ਮਹਿਕਮੇ ਆ ਤੇ 43 ਮਹਿਕਮਿਆਂ ਦਾ ਭਾਰ ਉਹਨਾਂ ਕੋਲ ਇੰਨਾ ਕਿ ਉਹ ਜਿਹੜੇ ਇੱਕ ਪ੍ਰਿੰਸੀਪਲ ਸੈਕਟਰੀ ਆਈਐਸ ਅਫਸਰ ਸੁਰੇਸ਼ ਕੁਮਾਰ ਦੇ ਉੱਪਰ ਇਹਨਾਂ ਡਿਪੈਂਡ ਹੋਏ ਹੋਏ ਆ ਤੇ ਸੂਬੇ ਦੇ ਵਿੱਚ ਲਗਾਤਾਰ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਕਿਸਾਨ ਮਰ ਰਹੇ ਨੇ, ਕਿਸਾਨ ਅੰਦੋਲਨ ਕਰ ਰਹੇ ਨੇ, ਕਿਸਾਨ ਸੜਕਾਂ ਤੇ ਨੇ। ਤੁਹਾਡੇ ਕੋਲੇ ਐਗਰੀਕਲਚਰ ਮਿਨਿਸਟਰ ਤੱਕ ਹੈ ਨਹੀਂ, ਇਸ ਕਰਕੇ ਸਾਨੂੰ ਤਕਲੀਫ ਹੋ ਰਹੀ ਹੈ ਕਿ ਸੂਬਾ ਕਿੱਧਰ ਨੂੰ ਜਾ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਕੁੰਭਕਰਨੀ ਨੀਂਦ ਸੁੱਤੇ ਹੋਏ ਨੇ। ਇਸ ਕਰਕੇ ਤੁਸੀਂ ਕੈਬਨਿਟ ਰੀਸ਼ਫਲਿੰਗ ਹੋਊਗੀ ਜਾਂ ਨਹੀਂ ਹੋਊਗੀ ਇਹ ਗੱਲ ਕਲੀਅਰ ਕਰ ਦਿਓ। ਇਸੇ ਕਰਕੇ ਫਿਰ ਕਹਿੰਦੇ ਨੇ ਮੌਕਾ ਮਿਲਦਾ ਟਵੀਟ ਕਰਨ ਦਾ। ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਹੈ। ਸਰਕਾਰ ਪੂਰੀ ਤਰ੍ਹਾਂ ਸੈਂਸਿਟਿਵ ਹੈ, ਲੋਕਾਂ ਦੀ ਜਿਹੜੀ ਮੰਗਾਂ ਹੈ ਉਹਦੇ ਪ੍ਰਤੀ ਸੈਂਸਿਟਿਵ ਹੈ, ਫਾਰਮਰਸ ਦੇ ਪ੍ਰਤੀ ਸੈਂਸਿਟਿਵ ਹੈ, ਹੋਰ ਚੀਜ਼ਾਂ ਦੇ ਪ੍ਰਤੀ ਸੈਂਸਿਟਿਵ ਹੈ ਔਰ ਸਰਕਾਰ ਬਹੁਤ ਜਲਦੀ ਬਹੁਤ ਚੀਜ਼ਾਂ ਐਸੀ ਕਰਨਗੀਆਂ। ਠੀਕ ਹੈ, ਅਕਾਲੀ ਦਲ ਨੇ 10 ਸਾਲ ਬੀਜੇਪੀ ਅਕਾਲੀ ਦਲ ਨੇ ਰਾਜ ਕੀਤਾ ਔਰ ਖਜ਼ਾਨਾ ਬਿਲਕੁਲ ਖਾਲੀ ਕਰਤਾ। ਉੱਪਰੋਂ ਇਹਨਾਂ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੈ ਜਿਨ੍ਹਾਂ ਨੂੰ ਪੰਜਾਬ ਦੇ ਬਾਰੇ ਕੋਈ ਫਿਕਰ ਨਹੀਂ। ਟਵੀਟ ਤਾਂ ਉਹ ਜ਼ਰੂਰ ਪੰਜਾਬ ਦੇ ਬਾਰੇ ਕਰਦੇ ਆ ਪਰ ਕਦੇ ਉਹਨਾਂ ਨੇ ਖਜ਼ਾਨੇ ਦਾ ਮੂੰਹ ਪੰਜਾਬ ਵਾਲੇ ਪਾਸੇ ਨਹੀਂ ਕੀਤਾ। ਮੈਂ ਆਪਣੇ ਅਕਾਲੀ ਦਲ ਦੇ ਸਾਥੀ ਤੇ ਬੀਜੇਪੀ ਦੇ ਸਾਥੀ ਬੈਠੇ ਆ, ਇਹਨਾਂ ਨੂੰ ਵੀ ਕਹਾਂਗਾ ਕਿ ਆਪਣੀ ਪਾਰਟੀਆਂ ਦੇ ਜਿਹੜੇ ਗੁੱਡ ਆਫਿਸਿਸ ਯੂਜ਼ ਕਰਨ। ਵੈਸੇ ਤਾਂ ਅਕਾਲੀ ਦਲ ਨਾਲ ਅਲਾਈਅੰਸ ਕਰਨ ਨੂੰ ਬੀਜੇਪੀ ਬਹੁਤ ਜਲਦੀ ਦਿਖਾਉਂਦੀ ਹੈ, ਹਿੰਦੂ ਸਿੱਖ ਏਕਤਾ ਦਾ ਨਾਰਾ ਦਿੰਦੀ ਹੈ, ਪਰ ਹੁਣ ਅੱਜ ਕਿਉਂ ਪੰਜਾਬ ਵਾਸਤੇ ਪੈਸਾ ਨਹੀਂ ਦੇ ਰਹੇ? ਅੱਜ ਕਿਉਂ ਪੰਜਾਬ ਦੀ ਮਦਦ ਨਹੀਂ ਕਰਨਾ ਚਾਹੁੰਦੇ? ਅੱਜ ਕਿਉਂ ਫਾਈਨੈਂਸ਼ੀਅਲ ਏਡ ਪੰਜਾਬ ਨੂੰ ਨਹੀਂ ਦੇ ਰਹੇ? ਅੱਜ ਕਿਉਂ ਪੰਜਾਬ ਦੇ ਕਿਸਾਨਾਂ ਦੀ ਮਦਦ ਨਹੀਂ ਕਰਦੇ? ਅੱਜ ਕਿਉਂ ਪੰਜਾਬ ਵਾਸਤੇ ਕੋਈ ਵਾਅਦਾ ਤੁਸੀਂ ਕੀਤਾ ਕਿਸਾਨਾਂ ਨਾਲ ਕਰਜ਼ ਮਾਫੀ ਦਾ ਦਲ ਤੇ ਵੀ ਹੈ ਔਰ ਮਦਦ ਇਹ ਕਿਉਂ ਕਰ? ਤੁਹਾਡੀ ਸਰਕਾਰ ਆਏਗੀ ਤਾਂ ਤੁਸੀਂ ਤਾਂ ਪੰਜਾਬ ਦੀ ਮਦਦ ਕਰੋਗੇ। ਉਹਦੇ ਨਾਲ ਤੁਹਾਡੀ ਸੈਲਫਿਸ਼ਨੈਸ ਨਜ਼ਰ ਆਉਂਦੀ ਹੈ। ਅਗਰ ਤੁਸੀਂ ਪੰਜਾਬ ਦੇ ਸੱਚੇ ਹਮੈਤੀ ਹੋ, ਹਿਤੈਸ਼ੀ ਹੋ, ਤਾਂ ਪੰਜਾਬ ਦੀ ਮੰਗ ਲੋਕਾਂ ਦੇ ਜਾ ਕੇ ਪ੍ਰਧਾਨ ਮੰਤਰੀ ਨੂੰ ਕਹੋ ਚਲੋ ਸਾਰੀ ਪਾਰਟੀਆਂ ਇਕੱਠੇ ਹੋ ਕੇ ਇਹ ਪੰਜਾਬ ਵਾਸਤੇ ਸਪੈਸ਼ਲ ਪੈਕੇਜ ਦਿੱਤਾ ਜਾਏ, ਪੰਜਾਬ ਨੂੰ ਫਾਈਨੈਂਸ਼ੀਅਲ ਏਡ ਦਿੱਤੀ ਜਾਏ। ਲੱਕੀ ਜੀ ਮੇਰੀ ਬੇਨਤੀ ਸੁਣੋ ਕਿ ਅਸੀਂ ਜਿਹੜਾ ਨਾ ਲੱਕੀ ਜੀ ਅਸੀਂ ਤਾਂ ਚੱਲਦੇ ਆ ਪੰਜਾਬ ਵਾਸਤੇ ਜਿੱਥੇ ਜਾਣਾ ਜਾਈਏ ਕਿਹਦੇ ਨਾਲ? ਜਿਹਦਾ ਇਹਨੇ ਦੇ ਖਾਲੀ ਕਰਕੇ ਜਿਹਦੇ ਬਾਰੇ ਪ੍ਰਧਾਨ ਮੰਤਰੀ ਜੀ ਇਹ ਕੁਝ ਕਹਿੰਦੇ ਆ ਉਹਦੇ ਨਾਲ ਚੱਲੀਏ, ਜਾਈਏ ਕਿਹਦੇ ਨਾਲ ਇਹ ਦੱਸੋ। ਅਸੀਂ ਤੇ ਤਿਆਰ ਆ ਪੰਜਾਬ ਦੇ ਹਿੱਤਾਂ ਵਾਸਤੇ ਕਿਤੇ ਵੀ ਜਾਣ ਦੀ ਲੋੜ ਹੋਵੇ ਜਾਈਏ, ਜਿਹਦੇ ਨਾਲ ਜਿਹਨੂੰ ਲਾੜਾ ਬਣਾ ਕੇ ਲੈ ਕੇ ਜਾਣਾ ਉਹਦੇ ਬਾਰੇ ਦੇਸ਼ ਦੇ ਵਿੱਚ ਰਾਏ ਕੀ ਹੈ ਜਾਣ ਦੀ ਲੋੜ ਨਹੀਂ। ਕਰੀਏ ਤੁਹਾਡਾ ਆਪ ਦਾ ਪ੍ਰਧਾਨ ਮੰਤਰੀ ਹੈ ਅਕਾਲੀਆਂ ਦਾ ਤੇ ਬੀਜੇਪੀ ਦਾ, ਤੁਹਾਡੀ ਆਪ ਦੀ ਮਿਨਿਸਟਰ ਹੈ ਅਕਾਲੀ ਦਲ ਦੀ, ਮੁੱਖ ਮੰਤਰੀ ਦਾ ਨਿਕਲਦੇ ਨਹੀਂ ਅੰਦਰੋਂ, ਮੇਰੇ ਆਪ ਦੇ ਬੀਜੇਪੀ ਦੇ ਮਿਨਿਸਟਰ ਨੇ। ਲੱਕੀ ਜੀ ਮੇਰੀ ਬੇਨਤੀ ਸੁਣਿਓ, ਆਪਣੀ ਲੜਾਈ ਵੀ ਲੜ ਸਕਦੇ ਹੋ ਪਰ ਪੰਜਾਬ ਦੀ ਲੜਾਈ ਤਾਂ ਲੜ ਸਕਦੇ ਹੋ। ਲੱਕੀ ਮੇਰੀ ਬੇਨਤੀ ਸੁਣਿਓ ਕਿ ਕਾਂਗਰਸ ਨੇ ਫੈਡਰਲ ਸਟਰਕਚਰ 'ਚ ਕੇਂਦਰ ਵੱਲੋਂ ਸਟੇਟਾਂ ਨੂੰ ਘੱਟ ਸ਼ੇਅਰ ਦਿੰਦੇ ਸੀਗੇ। ਸਾਡੀ ਸਰਕਾਰ ਬਣਨ ਤੋਂ ਬਾਅਦ ਨੀਤੀ ਆਯੋਗ ਬਣਿਆ ਔਰ ਅਸੀਂ ਸੈਂਟਰ ਦੇ ਸ਼ੇਅਰ 10% ਸਟੇਟਾਂ ਦਾ ਵਧਾਤਾ ਔਰ ਇੰਨਾ ਹੀ ਨਹੀਂ ਹੈ ਜਿਹੜੀ ਸੈਂਟਰ ਸਕੀਮਾਂ 'ਚ ਪੈਸਾ ਆਉਂਦਾ ਉਹ ਵੀ ਵਧਾਤਾ। ਸੋ ਅਸੀਂ ਤਾਂ ਸੂਬਿਆਂ ਨੂੰ ਬਹੁਤ ਜ਼ਿਆਦਾ ਦੇ ਰਹੇ, ਜਿੰਨਾ ਤੁਸੀਂ ਦਿੰਦੇ ਉਸ ਤੋਂ ਕਈ ਵੱਧ ਦੇ ਰਹੇ ਹਾਂ। ਭਾਜੀ ਚਿੰਤਾ ਨਾ ਕਰੋ, ਪੰਜਾਬ ਦੇ ਅੰਦਰ ਜਿਹੜਾ ਕ੍ਰਾਈਸਿਸ ਹੈਗਾ ਹੈ ਉਹ ਪੰਜਾਬ ਸਰਕਾਰ ਦਾ ਆਪਦਾ ਹੈ। ਅਸੀਂ 11 ਮਹੀਨੇ ਮੇਰੀ ਗੱਲ ਤਾਂ ਸੁਣ ਲਓ, ਮੇਰੀ ਬੇਨਤੀ ਗੱਲ ਤਾਂ ਸੁਣ ਲਓ।
11-12 ਮਹੀਨੇ ਪਹਿਲੇ ਲੱਕੀ ਜੀ ਮੇਰੀ ਜਵਾਬ ਮੇਰੀ ਗੱਲ ਅਨਪਲੋਇਮੈਂਟ ਵਧੀ ਹੋਈ ਹੈ, ਲੱਕੀ ਜੀ ਮੇਰੀ ਗੱਲ ਖੁਦਕੁਸ਼ੀ ਕਰ ਰਿਹਾ, ਫਾਰਮਰਸ ਵਾਸਤੇ ਕੁਝ ਨਹੀਂ ਹੋ ਰਿਹਾ, ਸਟੂਡੈਂਟਸ ਬਾਜੀ ਵਾਅਦਾ ਤੁਸੀਂ ਕਰੋ, ਸਰਕਾਰ ਤੁਸੀਂ ਬਣਾਓ, ਠੀਕ ਨਾ ਸਾਡੇ ਸਿਰ ਫੋੜੋ। ਇਹ ਵਾਅਦਾ ਕਰਨ ਤੋਂ ਪਹਿਲੇ ਥੱਲੇ ਰਾਈਟਰ ਲਿਖ ਦੇਣਾ ਸੀਗਾ ਨਾ ਕਿ ਵੀ ਅਗਰ ਸਰਕਾਰ ਬਣੀ ਤਾਂ ਕੇਂਦਰ ਤੋਂ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕਰਾਵਾਂਗੇ, ਤਾਂ ਤਾਂ ਕਿਹਾ ਨਹੀਂ। ਅਫਸੋਸ ਇਹ ਹੈ ਕਿ ਜਿਹੜੀਆਂ ਪਾਰਟੀ ਲੱਕੀ ਜੀ ਇੱਕ ਮਿੰਟ ਅਫਸੋਸ ਇਹ ਹੈ ਕਿ ਜਿਹੜੀਆਂ ਪਾਰਟੀਆਂ ਤੇ ਇਸ ਦਾ ਮਤਲਬ ਕੇਂਦਰ ਕਰਨਾ ਨਹੀਂ ਚਾਹੁੰਦਾ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਕੇਂਦਰ ਕਰਜ਼ਾ ਮਾਫ ਨਹੀਂ ਕਰਨਾ ਚਾਹੁੰਦਾ। ਵਾਅਦਾ ਤੁਸੀਂ ਕੀਤਾ ਹੈ, ਵਾਅਦਾ ਅਸੀਂ ਨਹੀਂ ਕੀਤਾ। ਇੱਕ ਮਿੰਟ ਲੋਕਾਂ ਦਾ ਫਾਇਦਾ ਨਹੀਂ ਕਰਨਾ। ਮੇਰਾ ਇੰਨਾ ਕਹਿਣਾ ਲੱਕੀ ਜੀ ਇੱਕ ਮਿੰਟ ਪਲੀਜ਼, ਮੇਰਾ ਇੰਨਾ ਹੀ ਕਹਿਣਾ ਆ ਕਿ ਦੇਸ਼ ਦੀ ਜਿਹੜੀ ਰਾਜਨੀਤੀ 'ਚ ਇੱਕ ਨਵਾਂ ਮੋੜ ਆ ਗਿਆ ਕਿ ਆਦਮੀਆਂ ਦੇ ਉੱਤੇ ਸਾਰਾ ਕੁਝ ਹੋ ਗਿਆ, ਪਾਰਟੀ ਦੇ ਉੱਤੇ ਕੋਈ ਨਿਰਭਰ ਨਹੀਂ ਹੈ। ਇਸ ਵੇਲੇ ਕੈਪਟਨ ਪੰਜਾਬ ਦੇ ਵਿੱਚ ਹੈ, ਉਹ ਕਾਂਗਰਸ ਇੱਕ ਪਾਸੇ ਹੈ ਕੈਪਟਨ, ਤੇ ਦਿੱਲੀ ਦੇ ਵਿੱਚ ਮੋਦੀ ਹੈ, ਔਰ ਨਾਰੇ ਵੀ ਮੋਦੀ ਦੇ ਲੱਗਦੇ ਆ, ਬੀਜੇਪੀ ਦੇ ਕੋਈ ਨਹੀਂ ਗੱਲ ਕਰ ਰਿਹਾ। ਇਹ ਬੜੇ ਖਤਰੇ ਦੀ ਘੰਟੀ ਆ ਪਾਰਟੀਆਂ ਦੀ ਜਮਹੂਰੀਅਤ ਲਈ, ਪਾਰਟੀ ਦੇ ਵਰਕਰਾਂ ਲਈ ਵੀ ਇਹ ਬੜੀ ਬੇਇੱਜ਼ਤੀ ਦੀ ਗੱਲ ਹੈ ਕਿ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਦੀ ਪਾਰਟੀ ਨੂੰ ਕੋਈ ਨਹੀਂ ਪੁੱਛਦਾ। ਔਰ ਇਸੇ ਤਰ੍ਹਾਂ ਹੀ ਮਿਨਿਸਟਰੀਆਂ ਜੇ ਭਾਵੇਂ ਉੱਥੇ ਜ਼ਰੂਰ ਬਣੀਆਂ, ਸਾਰੀ ਪਾਵਰ ਕੇਂਦਰਿਤ ਹੋ ਗਈ ਆ ਕੁਝ ਬੰਦਿਆਂ ਦੇ ਹੱਥ ਵਿੱਚ। ਇਹ ਪੰਜਾਬ ਦੇ ਵਿੱਚ ਵੀ ਇਹੋ ਹੀ ਹਾਲਤ ਆ। ਇਹ ਨਹੀਂ ਹੋਣਾ ਚਾਹੀਦਾ। ਦੇਸ਼ ਦੇ ਸਮੁੱਚੇ ਭਵਿੱਖ ਲਈ ਔਰ ਸਾਡੀ ਡੈਮੋਕ੍ਰੇਸੀ ਲਈ ਇਹ ਖਤਰੇ ਦੀ ਘੰਟੀ ਆ। ਦੂਜੀ ਗੱਲ ਗਵਰਨੈਂਸ ਦੀ ਰਹੀ, ਜਿਹੜੀ ਲੱਕੀ ਜੀ ਤੁਸੀਂ ਬਾਰ-ਬਾਰ ਗੱਲ ਕਰਦੇ ਆ, ਮੈਂ ਤੁਹਾਨੂੰ ਫੀਡਬੈਕ ਦੇਣਾ, ਪਤਾ ਨਹੀਂ ਤੁਹਾਡਾ ਪੰਜਾਬ ਨਾਲ ਕਿੰਨਾ ਘੰਟਾ 'ਚ ਤੁਸੀਂ ਹੈਗੇ ਆ, ਥੱਲੇ ਬਹੁਤ ਮਾੜਾ ਹਾਲ ਆ, ਕੁਛ ਨਹੀਂ ਬਦਲਿਆ, ਲੋਕ ਚੀਕਾਂ ਮਾਰ ਰਹੇ ਆ। ਉਹੀ ਸਿਸਟਮ ਜਿਸ ਕਰਕੇ ਲੋਕਾਂ ਨੇ ਇੰਨਾ ਵੱਡਾ ਰੱਦੋ ਬਦਲ ਕੀਤਾ, 77 ਸੀਟਾਂ ਦਿੱਤੀਆਂ, ਕੁਝ ਫਰਕ ਨਹੀਂ ਪਿਆ। ਮਿਨਿਸਟਰ ਹੋਰ ਬਣਦੇ ਜਾਂ ਨਹੀਂ ਬਣਦੇ, ਸਵਾਲ ਇਹ ਹੈ ਕਿ ਲੋਕਾਂ ਨੂੰ ਸਰਵਿਸਿਜ਼ ਨਹੀਂ ਮਿਲ ਰਹੀਆਂ, ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਔਰ ਲੋਕਾਂ ਦੇ ਕੋਈ ਕੰਮ ਨਹੀਂ ਥੱਲੇ ਹੋ ਰਹੇ। ਥੱਲੇ ਹਾਲ ਦਵਾਈ ਚੱਲ ਰਹੀ ਹੈ, ਅਜੇ 1 ਸਾਲ ਬੀਤਿਆ, 4 ਸਾਲ ਰਹਿੰਦੇ ਆ। ਇਸ ਕਰਕੇ ਇਸ ਖਤਰੇ ਨੂੰ ਸਮਝੋ ਔਰ ਉਹਦਾ ਹੱਲ ਲੱਭੋ, ਭਾਵੇਂ ਮਿਨਿਸਟਰ ਹੋਰ ਬਣਾ ਕੇ ਲੱਭੋ, ਤੇ ਜੇ ਨਹੀਂ ਬਣਦੇ ਤੇ ਇਹਨਾਂ ਤੋਂ ਪੂਰਾ ਕੰਮ ਲਓ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੀ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਉਮੀਦ ਅਸੀਂ ਇਹੀ ਕਰਦੇ ਹਾਂ ਕਿ ਜਿਸ ਤਰ੍ਹਾਂ ਦੇ ਟਵੀਟ ਤੋਂ ਗੱਲ ਛਿੜੀ ਸੀ ਕਿ ਟਵੀਟ ਕਰਨ ਦੇ ਪਿੱਛੇ ਮੁੱਢ ਕੀ ਸੀਗਾ, ਇਸ ਦੀ ਬੈਕਗਰਾਊਂਡਰ ਕੀ ਹੈ, ਔਰ ਬੈਕਗਰਾਊਂਡਰ ਇਹ ਸੀਗਾ ਕਿ ਇੱਕ ਗੱਲ ਬਣੀ ਹੋਈ ਹੈ ਜਿਹੜੀ ਸਾਰਿਆਂ ਦੇ ਸਾਹਮਣੇ ਆ ਰਹੀ ਹੈ ਕਿ ਜਿਹੜੀ ਸੈਂਟਰ ਦੇ ਵਿੱਚ ਕਾਂਗਰਸ ਹੈਗੀ ਆ ਉਹ ਕੈਪਟਨ ਸਾਹਿਬ ਦੀ ਨਹੀਂ ਮੰਨਦੀ ਔਰ ਕੈਪਟਨ ਸਾਹਿਬ ਉਹਨਾਂ ਦੀ ਨਹੀਂ ਮੰਨਦੇ। ਹਾਲਾਂਕਿ ਲੱਕੀ ਸਾਹਿਬ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਅਜਿਹਾ ਕੁਝ ਨਹੀਂ ਹੈ ਔਰ ਐਕਸਪੈਂਸ਼ਨ ਜਿਹੜੀ ਕੈਬਨਿਟ ਦੀ ਉਹ ਬਹੁਤ ਜਲਦੀ ਹੋਏਗੀ। ਕਦੋਂ ਤੱਕ ਹੋਏਗੀ ਇਹ ਦੇਖਣਾ ਲਾਜ਼ਮੀ ਹੋਏਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।